ਅੱਛਾ। ਉਹ ਸਲਾਹ पे ਕਰਦੇ ਸਨ ਅਹਿਮਦ ਜੱਟ ਤੇ ਉਹ ਇਰਫਾਨ ਜੱਟ ਤੇ ਜਿਹਦਾ ਨਾਮ ਹੈ ਲਿਆ ਕੀ ਨਾ ਸੁਕਾਬ ਅਹਿਮਦ। ਉਹ ਕਹਿ ਰਹੇ ਸੀ ਕਿ ਦੇਖੋ ਜਬ ਤੱਕ ਇਹ ਕਿਤਾਬਾਂ ਸਾਡੀਆਂ ਜ਼ਿੰਦਾ ਨੇ ਨਾ, ਹਾਂ ਸਾਡੀ ਤਬਲੀਗ ਜਿਹੜੀ ਉਹ ਗੈਰ ਮੁਅੱਸਰ ਹੈ। ਇਹ ਕੁਝ ਵੀ ਅਸਰ ਨਹੀਂ ਹੋਣਾ, ਕਿਸੇ ਬੰਦੇ ਅਹਿਮਦੀ ਨਹੀਂ ਹੋਣਾ ਹੈ। ਇਹ ਕਹਿੰਦੇ ਨੇ ਕਿ ਉਹ ਨਾ ਵਫਾਤੇ ਮਸੀਹ ਦਾ ਫੈਸਲਾ ਹੋਣ ਡੇ ਹੈ, ਨਾ ਖਤਮੇ ਨਬੂਵਤ ਦਾ ਫੈਸਲਾ ਹੋਣ ਡੇ ਹੈ, ਤੇ ਤਬਲੀਗ ਸ਼ਿਕੂ ਦੀ ਹੋਣ ਡਈ ਹੈ। ਕਹਿੰਦੇ ਨੇ ਕਿ ਇਹ ਕਿਤਾਬਾਂ ਜਦ ਤੱਕ ਜ਼ਿੰਦਾ ਨਹੀਂ ਪੇਸ਼ ਨਹੀਂ ਜਾਣੀ, ਤੇ ਇਹ ਕਿਤਾਬਾਂ ਖ਼ਤਮ ਕਰਕੇ ਨਾ ਤੇ ਤੁਸੀਂ ਜਨਾਬ ਇਸ ਤਰ੍ਹਾਂ ਕਰੋ ਕਿ ਉਹ ਕੁਰਾਨ ਦੀ ਇਸ ਨਾਲ ਸਿਰਫ ਗੱਲ ਕਰੋ, ਕਿਤਾਬਾਂ ਨੂੰ ਨਾ ਜਲਾ ਦਿਓ ਸਾਰੀਆਂ ਨੂੰ। ਇਹ ਸਲਾਹ ਤੇ ਕਰਦੇ ਸਨ ਉੱਥੇ। ਤੇ ਵਾਕਈ ਉਹਨੇ ਇੰਜ ਕਿਹਾ? ਮੈਂ ਤੁਹਾਨੂੰ ਉਹਦੀ ਰਿਕਾਰਡਿੰਗ ਸੁਣਾ ਦਿੰਦਾ। ਅੱਛਾ, ਹੱਦ ਹੋਈ। ਉਹਨਾਂ ਕਿਤਾਬਾਂ ਤੋਂ ਜਾਨ ਛਡਾਓ, ਜਦ ਤੱਕ ਇਹ ਕਿਤਾਬਾਂ ਨੇ ਉਨੀ ਦੇਰ ਤੱਕ ਇਹਨਾਂ ਕਿਤਾਬਾਂ ਦੀਆਂ ਪਰਚੀਆਂ ਬਣਾ ਲਈਆਂ ਨੇ ਮੌਲਵੀਆਂ ਨੇ, ਇਹਨਾਂ ਸਾਡੇ ਪੇਸ਼ ਜਾਣ ਦੇਣੀ। ਬਲਕਿ ਮੌਲਵੀਆਂ ਨੇ ਜ਼ਿਆਦਾ ਰੂਹਾਨੀ ਖਜ਼ਾਨੇ ਪੜ੍ਹੇ ਨੇ ਮਿਰਜ਼ਾਈਆਂ ਕੋਲੋਂ। ਜੀ ਹਾਂ, ਇਸੇ ਗੱਲ ਤੋਂ ਬੜੇ ਸਖਤ ਪਰੇਸ਼ਾਨ ਸਨ। ਤੇ ਤੁਸੀਂ ਹੁਣ ਦੱਸੋ, ਪਹਿਲਾਂ ਤਾਂ ਇਹ ਦੱਸੋ ਵੀ ਜਿਹੜੇ ਬੰਦੇ ਇੰਨੀ ਸੰਜੀਦਗੀ ਨਾਲ ਔਰ ਇੰਨੀ ਗਹਿਰੀ ਨਜ਼ਰ ਰੱਖਦੇ ਨੇ, ਥਿੰਕ ਟੈਂਕ ਹੈ ਨੇ ਕਿ ਨਹੀਂ? ਥਿੰਕ ਟੈਂਕ ਹੈ ਵਾਕਈ। ਵੇਖ ਲਓ ਕਿੰਨੀ ਉਹਨਾਂ ਗਹਿਰੀ ਗੱਲ ਕੀਤੀ ਹੈ। ਯਾਨੀ ਅਸਲ ਜੜ ਨੂੰ ਫੜ ਲਿਆ, ਜੜ ਨੂੰ ਫੜ ਲਿਆ ਜਾ ਕੇ। ਉਹਨਾਂ ਆਖਿਆ ਇਹ ਕਿਤਾਬਾਂ ਨੇ ਨਾ ਜਿਹੜੀਆਂ ਸਾਡੀਆਂ, ਇਹ ਨਹੀਂ ਪਿਆ ਪੇਸ਼ ਜਾਣ ਦੇਣੀਆਂ। ਜਦ ਤੱਕ ਸਾਡੀਆਂ ਕਿਤਾਬਾਂ ਨੇ ਨਾ, ਇਹਨਾਂ ਸਾਡੀ ਪੇਸ਼ ਨਹੀਂ ਜਾਣ ਦੇਣੀ। ਤੇ ਤੁਸੀਂ ਇੰਜ ਕਰੋ, ਕਿਤਾਬਾਂ ਦਾ ਕੋ ਕਰੋ। ਮੈਂ ਖਲੋ ਜੋ, ਮੇਰੇ ਕੋਲ ਨਾ ਮੋਬਾਈਲ ਕਿੱਧਰ ਗਿਆ ਦੂਜਾ, ਕੱਲ ਮੈਨੂੰ ਘੱਲੀ ਉਹਨੇ ਰਿਕਾਰਡਿੰਗ, ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਣਾ। ਰੂਹਾਨੀ ਖਜ਼ਾਨੇ ਨੂੰ ਢੇਰ ਬਣਾ ਕੇ ਲਾ ਦੇ। ਕੱਲ ਅਮਰ ਵੀ ਛੋਟੀ ਸਰਕਾਰ ਆਇਆ ਨਾ ਇੱਕ ਆਈਡੀ ਤੋਂ, ਮਿਰਜ਼ਾ ਸਾਹਿਬ ਨੂੰ ਗਾਲਾਂ ਕੱਢ ਕੇ ਅੱਛਾ, ਹਾਂ ਰਿਕਾਰਡਿੰਗ ਮੈਂ ਕੀਤੀ ਹੈ। ਇਹ ਹੁਣ ਹੋਏ ਨੇ ਜਿਸ ਤਰ੍ਹਾਂ ਇੰਜ ਨਹੀਂ ਕਹਿੰਦੇ ਬੰਦੇ ਭੌਂਥਰੇ ਨਹੀਂ ਹੁੰਦੇ, ਬੌਂਤਰ ਗਏ ਹੋਣੇ। ਥਿੰਕ ਟੈਂਕ ਤੇ ਤਲਤ ਮਲਕ ਸਾਹਿਬ ਵੀ ਸ਼ਾਮਲ ਹਨ ਨਾ। ਉਹ ਕੱਲ ਕਹਿੰਦੇ ਨੇ ਉਹ ਵੜ ਗਈ ਰੂਹਾਨੀ ਖਜ਼ਾਨ ਖੱਡੇ 'ਚ। ਮੈਂ ਤੈਨੂੰ ਕਹਿਣਾ ਇੱਧਰ ਆ, ਤੂੰ ਫਿਰ ਵੜਦਾ ਰੂਹਾਨੀ ਖਜ਼ਾਨ। ਰੂਹਾਨੀ ਖਜ਼ਾਨੇ ਤੇ ਮਿਰਜ਼ਾਈਆਂ ਵਾਸਤੇ ਮੌਤ ਸਾਬਤ ਹੋ ਰਹੇ ਨੇ। ਲਓ ਜੀ, ਇਹ ਸੁਣਿਓ ਜੀ ਥਿੰਕ ਟੈਂਕ ਦੀ ਗੁਫ਼ਤਗੂ। ਠੀਕ ਹੈ, ਤੇ ਇਹ ਚੀਜ਼ ਜਿਹੜੀ ਹੈ ਖਤਮ ਹੋ ਜਾਏਗੀ, ਤੇ ਫਿਰ ਇੱਕ ਇਸਲਾਮ, ਅਸਲ ਜਿਹੜਾ ਇਸਲਾਮ ਹੈ ਨਾ, ਉਹ ਐਟਮ ਬੰਬ ਤੋਂ ਬਾਅਦ ਜਿਹੜਾ ਨਾ ਇਹ ਦੁਨੀਆ ਨੂੰ ਮੁਯੱਸਰ ਹੋਏਗਾ। ਕੀ ਖਿਆਲ ਹੈ ਖੁਰਮ ਭਾਈ? ਬਿਲਕੁਲ। ਕਿਉਂਕਿ ਇਸ ਤੋਂ ਇਲਾਵਾ ਅਗਰ ਤੁਸੀਂ ਇਹ ਜਿਹੜੀਆਂ ਕਿਤਾਬਾਂ ਹੁਣ ਲਿਖਤੀਆਂ ਨੇ, ਇਹਨਾਂ ਕਿਤਾਬਾਂ ਦੇ ਉੱਤੇ ਹੁਣ ਜਿਹੜੇ ਪਾਸੇ ਨੂੰ ਵੀ ਤੁਸੀਂ ਚਲੇ ਜਾਓਗੇ ਨਾ, ਤੇ ਕੋਈ ਨਾ ਕੋਈ ਇਖਤਲਾਫ ਵਾਲਾ ਜਿਹੜੀਆਂ ਚੀਜ਼ਾਂ ਨੇ ਨਾ, ਉਹ ਤੁਹਾਨੂੰ ਨਜ਼ਰ ਆਉਂਦੀਆਂ ਹੀ ਰਹਿਣੀਆਂ ਨੇ। ਮਤਲਬ ਤੁਸੀਂ ਹਕੀਕਤ ਤੱਕ ਤੁਹਾਨੂੰ ਪਹੁੰਚਣ ਦੀ, ਮਤਲਬ ਉਹ ਲੋਕ ਪਹੁੰਚਣ ਹੀ ਨਹੀਂ ਦੇ ਰਹੇ ਕੋਈ ਵੀ। ਠੀਕ ਹੈ, ਕਿਤਾਬਾਂ ਹੀ ਨਹੀਂ ਪਹੁੰਚਣ ਦੇ ਰਹੀਆਂ, ਲੋਕ ਹੀ ਨਹੀਂ ਪਹੁੰਚਣ ਦੇ ਰਹੇ। ਲੇਕਿਨ ਜਦੋਂ ਇਹ ਸਭ ਕੁਛ ਗੰਦ ਖਤਮ ਹੋ ਜਾਏਗਾ, ਫਿਰ ਖੁਦਾ ਤਾਲਾ ਦੀ ਯਾਦ ਜਿਹੜੀ ਇੱਕ ਕੁਰਾਨ ਹੋਏਗਾ, ਤੇ ਥੱਲੇ ਮਸਲੇ ਨੂੰ ਸਿਸਟਮ ਹੋਏਗਾ। ਕਿਤਾਬਾਂ ਨੂੰ ਗੰਦ ਕਿਹੜੇ ਨੇਕ ਬੰਦੇ। ਇਹ ਛੋਟੀ ਜਿਹੀ ਵੀਡੀਓ ਬਸ ਮੁੰਨੇ ਮਿੰਟ ਦੀ ਨਾ, 40-45 ਸੈਕਿੰਡ ਦੀ ਇੰਨੀ ਕੋਈ ਵੀਡੀਓ ਮੈਨੂੰ ਕੱਲੀ ਕਿਸੇ ਨੇ। ਤੇ ਗੱਲ ਬਾਹਰ ਉਹਦੀ ਸਮਝ ਆ ਰਹੀ। ਉਹ ਕਹਿ ਰਹੇ ਨੇ ਕਿ ਗੰਦ ਜਿਹੜਾ ਨਾ ਇਹ ਖਤਮ ਹੋ ਜਾਏਗਾ, ਤੇ ਪਿੱਛੋਂ ਤਬਲੀਗ ਜਿਹੜੀ ਹੈ ਨਾ ਉਹ ਆਮ ਹੋ ਜਾਏਗੀ, ਸਾਡੀ ਜਿਹੜੀ ਹੈ ਨਾ ਚੱਲ ਜਾਏਗੀ। ਜਦ ਤੱਕ ਇਹ ਮੌਜੂਦ ਨੇ ਨਾ, ਕੰਮ ਨਹੀਂ ਹੋ ਸਕਦਾ ਸਾਡਾ। ਸਰ ਗੰਦ ਕਹਿ ਰਹੇ ਕਿਤਾਬਾਂ। ਜਿਹੜੇ ਮੁਬਲਗ आज़म अंसर रज़ा साहब, पक्का है इसका इखराज पक्का आ गया शाम तक। नहीं, वो जो हमारे मुबलग आज़म अंसर रज़ा साहब, वो तो पहले इस चीज़ को भांप गए थे। उन्होंने मना कर दिया था कि मिर्ज़ा साहब की किताबों पे बात नहीं होगी। ਹਾਂਜੀ ਨਹੀਂ, ਉਹਨਾਂ ਤੋਂ ਬਾਅਦ ਅਗਰ ਗੱਲ ਨੂੰ ਹਕੀਕਤ ਨੂੰ ਪਹੁੰਚੇ ਨੇ, ਤੇ ਇਹ ਬੰਦੇ ਪਹੁੰਚੇ ਨੇ ਜਿਹਨਾਂ ਨੂੰ ਤੁਸੀਂ ਵੀ ਕਹਿੰਦੇ ਹੋ, ਹੱਸਦੇ ਹੋ ਪਏ, ਤੇ ਤੁਸੀਂ ਕਹਿੰਦੇ ਹੋ ਕਿ ਇੱਥੋਂ ਥਿੰਕ ਟੈਂਕ ਆ ਗਏ ਨੇ। ਮੈਂ ਤੁਹਾਨੂੰ ਉਹਨਾਂ ਦੀਆਂ ਤਸਵੀਰਾਂ ਵਿਖਾ ਦਿੰਦਾ ਵਾਂ। ਇਹ ਬੰਦੇ ਨੇ ਇੱਕ ਅਹਿਮਦ ਜੱਟ ਏ, ਇੱਕ ਭੱਟੀ ਏ, ਇੱਕ ਮੁਬਸ਼ਰ ਰਜ਼ਾ ਏ, ਇੱਕ ਖੁਰਮ ਕਾਲੋਂ ਏ, ਇੱਕ ਅਹਿਮਦ ਕੀ ਜਾਨ ਏ, ਤੇ ਇੱਕ ਹੈ ਅਕਾਬ ਅਹਿਮਦ। ਇਹ 5-6 ਬੰਦੇ ਬੈਠੇ ਅੱਧੀ ਦਰਜਨ। ਸੁਣ ਲਓ ਫਿਰ। ਤੇ ਇਹ ਚੀਜ਼ ਜਿਹੜੀ ਹੈ ਖਤਮ ਹੋ ਜਾਏਗੀ, ਤੇ ਫਿਰ ਇੱਕ ਇਸਲਾਮ, ਅਸਲ ਜਿਹੜਾ ਇਸਲਾਮ ਹੈ ਨਾ, ਉਹ ਐਟਮ ਬੰਬ ਤੋਂ ਬਾਅਦ ਜਿਹੜਾ ਨਾ ਇਹ ਦੁਨੀਆ ਨੂੰ ਮੁਯੱਸਰ ਹੋਏਗਾ। ਕੀ ਖਿਆਲ ਹੈ ਖੁਰਮ ਭਾਈ? ਬਿਲਕੁਲ। ਕਿਉਂਕਿ ਇਸ ਤੋਂ ਇਲਾਵਾ ਅਗਰ ਤੁਸੀਂ ਇਹ ਜਿਹੜੀਆਂ ਕਿਤਾਬਾਂ ਹੁਣ ਲਿਖਤੀਆਂ ਨੇ, ਇਹਨਾਂ ਕਿਤਾਬਾਂ ਦੇ ਉੱਤੇ ਹੁਣ ਜਿਹੜੇ ਪਾਸੇ ਨੂੰ ਵੀ ਤੁਸੀਂ ਚਲੇ ਜਾਓਗੇ ਨਾ, ਤੇ ਕੋਈ ਨਾ ਕੋਈ ਇਖਤਲਾਫ ਵਾਲਾ ਜਿਹੜੀਆਂ ਚੀਜ਼ਾਂ ਨੇ ਨਾ, ਉਹ ਤੁਹਾਨੂੰ ਨਜ਼ਰ ਆਉਂਦੀਆਂ ਹੀ ਰਹਿਣੀਆਂ ਨੇ। ਮਤਲਬ ਤੁਸੀਂ ਹਕੀਕਤ ਤੱਕ ਤੁਹਾਨੂੰ ਪਹੁੰਚਣ ਦੀ, ਮਤਲਬ ਉਹ
ਕੁਰਾਨ ਹੋਏਗਾ ਤੇ ਥੱਲੇ ਮਸਲਾ ਨਾ ਥਿੰਕ ਟੈਂਕ ਸਾਹਿਬ ਆ ਗਏ ਨੇ ਉਹ ਯਾਰ ਕਿਹੜੇ ਨੇ ਇਹ ਬੰਦੇ ਥਿੰਕ ਟੈਂਕ ਸਾਹਿਬ ਆਪ ਹੀ ਤਸ਼ਰੀਫ ਲੈ ਆਏ ਨੇ ਤੇ ਤੁਹਾਨੂੰ ਦੱਸਣਗੇ ਕਿ ਇਹ ਕਿਤਾਬਾਂ ਜਿਹੜੀਆਂ ਨੇ ਵਾਕਈ ਬਹੁਤ ਜ਼ਿਆਦਾ ਰੁਕਾਵਟ ਨੇ ਰਸਤੇ 'ਚ ਤੇ ਇਹ ਐਟਮ ਬੰਬ ਚਲਾ ਕੇ ਤੇ ਇਹ ਉਹ ਦੁਆ ਮੁਬਲਕ ਵੀ ਆ ਰਿਹਾ ਨੇ ਦੁਆ ਮੁਬਲਕ ਵੀ ਚੱਲਿਆ ਬੜੀ ਗੱਲ ਹੈ ਯਾਰ, ਬੜੀ ਗੱਲ ਹੈ ਵੈਸੇ ਤੁਹਾਡਾ ਬੜਾ ਵੱਡਾ ਮੌਲਵੀ ਜਿਹੜਾ ਹੈ। अस्सलाम वालेकुम मौलवी साहब, मौलवी आमर नज़ीर हक साहब। ਵਾਲੇਕੁਮ ਸਲਾਮ। ਨਹੀਂ ਮੈਂ ਤਾਂ ਤੁਹਾਡਾ ਮੁਤਰਫ ਹਾਂ ਕਿ ਤੁਸੀਂ ਬੜੀ ਖੂਬਸੂਰਤ ਗੱਲ ਕਰ ਰਹੇ ਹੋ। ਇਹ ਕਿਤਾਬਾਂ ਜਿਹੜੀਆਂ ਨੇ ਨਾ, ਜਦ ਤੱਕ ਇਹ ਕਿਤਾਬਾਂ ਮੌਜੂਦ ਨੇ ਇਖਤਲਾਫਾਤ ਮੌਜੂਦ ਨੇ, ਕਿਤਾਬਾਂ ਖਤਮ ਹੋਣਗੀਆਂ ਤੇ ਬੜੀ ਅਜੀਬ ਗੱਲ ਹੈ ਕਿ ਐਡਾ ਵੱਡਾ ਮੌਲਵੀ ਇੱਕ ਛੋਟੇ ਜਿਹੇ ਬੰਦੇ ਦੀ ਜਨਾਬ ਵਾਲੀ ਆਡੀਓ ਚਲਾ ਕੇ ਲੋਕਾਂ ਨੂੰ ਸੁਣਾ ਰਿਹਾ। ਨਹੀਂ ਉਹ ਗੱਲ ਹੀ ਤੁਸੀਂ ਐਡੀ ਕਦੇ ਛੋਟਾ ਬੰਦਾ ਵੀ ਐਡੀ ਵੱਡੀ ਗੱਲ ਕਰ ਦਿੰਦਾ ਹੈ ਕਿ ਉਸ ਗੱਲ ਦਾ ਮੁਤਰਫ ਹੋਣਾ ਪੈਂਦਾ ਹੈ। ਬੇਇਨਸਾਫੀ ਬੰਦਾ ਕਰੇ, ਬੁਖਲ ਕਰੇ ਤੇ ਤੁਹਾਡੀ ਚੰਗੀ ਗੱਲ ਨੂੰ ਚੰਗਾ ਨਾ ਆਖੇ, ਉਹ ਮੇਰੇ ਕੋਲ ਨਹੀਂ ਹੁੰਦਾ। ਗੱਲ ਤੁਸੀਂ ਚੰਗੀ ਕੀਤੀ। ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਕਿ ਤੁਸੀਂ ਬੜੇ ਵੱਡੇ ਮੌਲਵੀ ਹੋ। ਨਹੀਂ 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 ਨਹੀਂ, ਮੈਂ ਤੇ ਵੱਡਾ ਨਹੀਂ ਹਾਂ। ਤੁਸੀਂ ਆਪਣੇ ਆਪ ਨੂੰ ਕਹਿ ਰਹੇ ਹੋ ਨਾ ਕਿ ਮੈਂ ਛੋਟਾ ਵਾਂ। ਮੈਂ ਕਿਹਾ ਤੁਸੀਂ ਛੋਟੇ ਵੀ ਅਗਰ ਹੋ ਨਾ, ਛੋਟਾ ਹੀ ਸਮਝਿਆ। ਅਗਰ ਤੁਸੀਂ ਛੋਟੇ ਵੀ ਹੋ, ਤੁਸੀਂ ਗੱਲ ਬੜੀ ਵੱਡੀ ਕੀਤੀ ਮੁਹਤਰਮ। ਅੱਛਾ, ਐਡੀ ਵੱਡੀ ਤੁਸੀਂ ਗੱਲ ਕਰ ਛੜੀ ਹੈ ਨਾ। ਕਿਹੜੀਆਂ ਕਿਤਾਬਾਂ ਦੇ ਬਾਰੇ ਮੈਂ ਗੱਲ ਕੀਤੀ ਹੈ? ਇਹ ਜਿਹੜੀਆਂ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਨੇ। ਨਹੀਂ, ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਕਿੱਥੇ ਲਿਖਿਆ? ਮੈਂ ਦੁਬਾਰਾ ਚਲਾਓ ਹਮਲਾ ਆਡੀਓ, ਮੈਂ ਵੇਖਿਆ ਲਿਖਿਆ ਕਿਤੇ ਮੈਂ ਮਿਰਜ਼ਾ ਸਾਹਿਬ ਦੇ ਬਾਰੇ 'ਚ ਕੋਈ ਗੱਲ ਕੀਤੀ ਹੈ ਕਿਤਾਬਾਂ ਦੇ ਬਾਰੇ 'ਚ? ਕਿਹੜੀਆਂ ਕਿਤਾਬਾਂ ਦੀ ਗੱਲ ਕਰ ਰਹੇ ਸੀ ਤੁਸੀਂ? ਮੈਂ ਦੁਬਾਰਾ ਆਡੀਓ ਚਲਾਓ ਹਮਲਾ ਕਿਸੇ ਜਗ੍ਹਾ ਦੇ ਉੱਤੇ ਮੈਂ ਮਿਰਜ਼ਾ ਸਾਹਿਬ ਦਾ ਨਾਮ ਲਿਆ ਕਿ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ? ਨਹੀਂ, ਉਹ ਵੀਡੀਓ ਮੇਰੇ ਕੋਲ ਛੋਟੀ ਪਹੁੰਚੀ ਹੈ। ਉਹ ਬੰਦੇ ਕੋਲ ਦੂਜੀ ਵੱਡੀ ਤਫਸੀਲੀ ਵੀਡੀਓ ਹੋਏਗੀ, ਮੈਨੂੰ ਨਹੀਂ ਪਤਾ। ਲੇਕਿਨ ਗੱਲ ਤੋਂ ਤੇ ਇਹੀ ਸਮਝ ਪਈ ਆਉਂਦੀ ਹੈ ਕਿ ਤੁਸੀਂ ਇਹਨਾਂ ਕਿਤਾਬਾਂ ਤੋਂ ਹੀ ਪਰੇਸ਼ਾਨ ਹੋ। ਇਹੋ ਹੀ ਤੇ ਮੌਲਵੀ ਸਾਹਿਬ ਤੁਹਾਡੀ ਗੱਲ ਹੈ ਨਾ ਕਿ ਤੁਸੀਂ ਸਮਝਦੇ ਗਲਤ ਹੋ। ਜਦੋਂ ਵੀ ਸਮਝਦੇ ਹੋ ਨਾ ਉਦੋਂ ਤੁਸੀਂ ਗਲਤ ਸਮਝ ਕੇ ਤੇ ਲੋਕਾਂ ਨੂੰ ਵੀ ਨਾਲ ਗਲਤ ਸਮਝਾਉਂਦੇ ਹੋ। ਵੇਖੋ, ਨਾ ਤੇ ਮੈਂ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਦਾ ਕੋਈ ਜ਼ਿਕਰ ਕੀਤਾ ਹੈ, ਨਾ ਕੋਈ ਗੱਲ, ਨਾ ਕੋਈ ਬਾਤ, ਲੇਕਿਨ ਤੁਸੀਂ ਫੌਰੀ ਤੌਰ ਤੇ ਤੁਹਾਡੇ ਲੇਲੇ ਨੇ ਥੱਲਿਓ ਆਡੀਓ ਕੀਤੀ ਹੈ, ਰਿਕਾਰਡਿੰਗ ਕਰਕੇ ਉਹਦਾ ਟੋਟਾ ਜਿਹੜਾ ਲਿਆ ਕੇ ਤੇ ਚਲਾ ਦਿੱਤਾ ਕਿ ਜਨਾਬ ਵੇਖੋ ਕਾਬ ਕੀ ਕਹਿ ਰਿਹਾ ਕਿ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਦੇ ਬਾਰੇ ਦੇ ਵਿੱਚ। ਤੁਸੀਂ ਕੀ ਫਰਮਾ ਰਹੇ ਸੀ? ਤੁਸੀਂ ਕੀ ਫਰਮਾ ਰਹੇ ਸੀ? ਸਰ, ਮੈਂ ਫਰਮਾ ਰਿਹਾ ਸਾਂ ਕਿ ਇਹ ਜਿਹੜੀਆਂ ਅਹਿਮਦ ਰਜ਼ਾ ਬਰੇਲਵੀ ਹੈ, ਦੂਜੀਆਂ ਤੀਜੀਆਂ ਜਿੰਨੇ ਮੌਲਵੀਆਂ ਨੇ ਕਿਤਾਬਾਂ ਲਿਖੀਆਂ ਨੇ, ਇਹਨਾਂ ਦੇ ਵਿੱਚ ਜੋ ਇੱਕ ਦੂਸਰੇ ਦਾ ਇਹ ਕਰ ਰਹੇ ਨੇ, ਹਜ਼ਰਤ ਅਬੂ ਬਕਰ ਸਦੀਕ ਦੀ ਹੁਰਮਤ ਕਰ ਰਹੇ ਨੇ, ਹਜ਼ਰਤ ਉਮਰੇ ਫਰੂਕ ਦੀ ਕਰ ਰਹੇ ਨੇ, ਹਜ਼ਰਤ ਉਸਮਾਨ ਗਨੀ ਦੀ ਕਰ ਰਹੇ ਨੇ। ਇੱਕ ਪਾਰਟੀ ਇਹ ਵੇ ਉਹਨਾਂ ਨੇ ਕੋਈ ਇਹੋ ਜਿਹੀਆਂ ਵਾਰਤਾਂ ਵੇਖੋ, ਮੇਰੀ ਗੱਲ ਨੂੰ ਮੌਲਵੀ ਸਾਹਿਬ ਗੱਲ ਤਾਂ ਸੁਣੋ ਨਾ। ਜਿਹੜੀ ਇਹ ਬੇਹਰੁਮਤੀ ਕਰ ਰਹੇ ਨੇ, ਇੱਕ ਪਾਰਟੀ ਜਿਹੜੀ ਹੈ ਉਹ ਇਹਨਾਂ ਦੇ ਬੇਹਰੁਮਤੀ ਕਰ ਰਹੀ ਹੈ, ਦੂਸਰੀ ਪਾਰਟੀ ਹਜ਼ਰਤ ਅਲੀ, ਹਜ਼ਰਤ ਇਮਾਮ ਹੁਸੈਨ, ਹਜ਼ਰਤ ਇਮਾਮ ਹਸਨ, ਉਹਨਾਂ ਦੀ ਅਹਿਲੇ ਬੈਤ ਦੀ ਪਾਰਟੀ, ਉਹਨਾਂ ਦੀ ਬੇਹਰੁਮਤੀ ਕਰ ਰਹੀ ਹੈ। ਯਾਨੀ ਕਿ ਦੋਨੇ ਹੀ ਪਾਰਟੀਆਂ ਆਪਣੀਆਂ ਆਪਣੀਆਂ ਕਿਤਾਬਾਂ ਕੱਢ ਕੇ ਇੱਕ ਦੂਸਰੇ ਦੀਆਂ ਬੇਹਰੁਮਤੀ ਕਰ ਰਹੇ ਨੇ। ਔਰ ਇਹਨਾਂ ਚੀਜ਼ਾਂ ਦੇ ਉੱਤੋਂ ਮਤਲਬ ਮੁਸਲਮਾਨਾਂ ਨੂੰ ਕੀ ਫਾਇਦਾ ਪਹੁੰਚ ਰਿਹਾ ਹੈ? ਕੋਈ ਫਾਇਦਾ ਨਹੀਂ ਪਹੁੰਚ ਰਿਹਾ। ਗੱਲ ਸੁਣੋ ਨਾ, माजरत चाहता हूँ उकाब साहब, इमाम मोहम्मद रजा ने जहाँ साहबा की अहले बैत थार की को गुस्ताखी लिखी है ना बकौल आपके, उसको हवाला जरा पेश कर दीजिएगा मुझे। बहुत बहुत शुक्रिया। ਅੱਜ ਹਵਾਲਾ ਚਾਹੀਦਾ ਤੁਹਾਨੂੰ? ਇਸ ਤੋਂ ਪਹਿਲਾਂ ਜਿਹੜਾ ਤੁਹਾਨੂੰ ਫੁਰਕਾਨ ਬਹਿ ਕੇ ਮੇਰੇ ਕੋਲ ਤੇ ਨਾ ਕਿਤਾਬਾਂ ਨੇ ਤੇ ਨਾ ਮੇਰੇ ਕੋਲ ਹਵਾਲੇ ਨੇ, ਠੀਕ ਹੈ? जब भी हुआ पेश करना आपके जिम्मे है। मेरी बात सुने ना, जब भी आपको मन चाहेगा ना कि आपकी हजरत क्या नाम है इनका जो आपने बोला था, इमाम रजा बरेलवी, ये इनकी जब भी आपका हवाले जरूरत चाहिए, आपको फुरकान की आईडी पे आ जाना और आपको सारे हवाले मिल जाएंगे। मेरे पास कोई किताब नहीं है, मेरे पास नहीं, कोई लेकिन इन किताबों की तो आप बात ही नहीं कर रहे। इन किताबों का तो आपको फायदा अगर वो उन्होंने बताएं कि मैं जिन किताबों की बात कर रहा हूँ उन किताबों का बताएं कि मैंने मेरी ऑडियो चलाएं और बताएं कि मैं किन किताबों की बात। अच्छा सुनते हैं, दोबारा आपकी ऑडियो सुनते हैं। होल्ड ऑन, चेक कर ना इमाम मोहम्मद रजा की किताबों से जो है, अगर आप बात कर रहे हैं कि जी नहीं वो बात नहीं कर रहे सलमान फारसी करेगा, वो बात उससे आपका क्या ताल्लुक है? आप तो अपनी किताबों की बात कर रहे हैं। वो तो उनको फायदा देती, छोड़ें। ये देखें ये क्या कर रहे हैं, किन किताबों की बात? ठीक है, ਜਿਹੜੀ ਖਤਮ ਹੋ ਜਾਏਗੀ ਤੇ ਫਿਰ ਇੱਕ ਇਸਲਾਮ, ਅਸਲ ਜਿਹੜਾ ਇਸਲਾਮ ਹੈ ਨਾ, ਉਹ ਐਟਮ ਬੰਬ ਤੋਂ ਬਾਅਦ ਜਿਹੜਾ ਨਾ ਇਹ ਦੁਨੀਆ ਨੂੰ ਮੁਯੱਸਰ ਹੋਏਗਾ। ਕੀ ਖਿਆਲ ਹੈ ਕੁਰਬਾਨੀ? तब तक बेड़ा कर ਠਹਿਰੋ ਸੁਣੋ। ਬਿਲਕੁਲ, ਕਿਉਂਕਿ ਇਸ ਤੋਂ ਇਲਾਵਾ ਅਗਰ ਤੁਸੀਂ ਇਹ ਜਿਹੜੀਆਂ ਕਿਤਾਬਾਂ ਹੁਣ ਲਿਖਤੀਆਂ ਨੇ, ਇਹਨਾਂ ਕਿਤਾਬਾਂ ਦੇ ਉੱਤੇ ਹੁਣ ਜਿਹੜੇ ਪਾਸੇ ਨੂੰ ਵੀ ਤੁਸੀਂ ਚਲੇ ਜਾਓਗੇ ਨਾ ਤੇ ਕੋਈ ਨਾ ਕੋਈ ਇਖਤਲਾਫ ਵਾਲਾ ਜਿਹੜੀਆਂ ਚੀਜ਼ਾਂ ਨੇ ਨਾ ਉਹ ਤੁਹਾਨੂੰ ਨਜ਼ਰ ਆਉਂਦੀਆਂ। ਕਿਹੜੀਆਂ ਕਿਤਾਬਾਂ? ਮੇਰੀ ਇੱਕ ਮਿੰਟ, ਮੇਰੀ ਕਾਲ ਆ ਰਹੀ, ਤੁਸੀਂ ਗੱਲ ਕਰੋ। ਮੈਂ ਕਿਸੇ ਬੰਦੇ ਨੇ ਵੀ ਵੇਖਿਆ ਕਿ ਮਿਰਜ਼ਾ ਸਾਹਿਬ ਦੀਆਂ ਜਿਹੜੀਆਂ ਕਿਤਾਬਾਂ ਲਿਖਤੀਆਂ ਨੇ ਇਹਨਾਂ ਦੇ ਬਾਰੇ 'ਚ ਮੈਂ ਕੋਈ ਗੱਲ ਕੀਤੀ ਹੋਏ? ਕਿਸੇ ਬੰਦੇ ਸੁਣਿਆ ਥੱਲਿਓਂ? ਕੋਈ ਜਿਹੜੇ 49 ਬੰਦੇ ਨੇ ਦੱਸੋ ਜਰਾ ਲਿਖ ਕੇ ਕਿ ਮੈਂ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਦੇ ਬਾਰੇ 'ਚ ਕੋਈ ਗੱਲ ਕੀਤੀ ਹੈ, ਕੋਈ ਨਾਂ ਲਿਆ?
अच्छा औकाब साहब ਜਿਹੜੀ औकाब ਤੁਸੀਂ ਗੱਲ ਕਰ ਰਹੇ ਹੋ साहब मिर्जा साहब की किताबों की आप बात कर रहे हैं भाई, औरों की किताबों से आपका बेड़ा क्यों गर्क हो रहा है? आपका बेड़ा गर्क तो मिर्जा साहब की किताबों से हो रहा है ना भाई। किसी और ने को किताब लिख दिया तो उससे आप कह रहे हैं कि आपका बेड़ा गर्क हो रहा है। जब तक वो किताब रहेगी तो आपका बेड़ा गर्क मुसलमान रहेगा। का जो बेड़ा गर्क हो रहा है उसके बारे में बात कर रहा हूँ, जो उम्मत मुसलमान का बेड़ा नहीं, गर्क आप हो रहा अपनी है। बात कर रहे थे ना भाई आप अपनी बात कर रहे थे। वो जानबूझ के कह रहे हैं कि आप अपनी बात कर रहे हैं, तो फिर आप साबित करें कि मैं अपनी बात कर रहा हूँ। राम ये राम कौन सी नाल बात गल हुई कि करो आप अपनी बात कर राम रहे हैं, राम आप अपनी बात कर रहे हैं, मैं आपने इधर मुंह बैठा से हूँ, इतराफ कर लिया। साबित बात करें। खत्म है जी, बात खत्म है औकाब साहब, आपने मुंह से इतराफ कर लिया। बात खत्म है जी, बात हम खत्म क्यों है, साबित बात करें? खत्म है, बात तो खत्म बंदा तब खुद होगी ना कि जब आप इकबाल जुर्म कर रहा है, हमें साबित करने की क्या जरूरत है? जब बंदा क्या क्या बात चोरी कर लिया है? वाले क्या- जुर्म, ओए यार ऐसे बातें पड़बड़ करने से बातें नहीं होती, ठीक है ना? नहीं जब नहीं, बड़बड़ उसने करते रहेंगे तो मिर्जा ऐसी साहब बातें हो होती गया हैं। ना। नहीं हो बताएं गया, कि आपने मैंने मान कहाँ लिया अकबाले जुर्म कि किया है, मिर्जा बताएं साहब की मुझे किताबें जब तक मौजूद है आपका बेड़ा गर्क है, तो ठीक है भाई, ठीक है जी, बताएं ना मैंने कहाँ बोला आपने है, मान लिया। बस बात बताएं। खत्म। थैंक यू वेरी मच थैंक यू जी, आपने कह अच्छा दिया ना कि आपका औकाब बेड़ा गर्क है जब औकाब तक ये औकाब किताबें मौजूद है मिर्जा साहब की। बस ठीक है, ये कौन सी बात होती अच्छा है? औकाब साहब ये ऐसे Okay. बात होती है? Yes, ऐसे बात आपकी हो अम्मी ने गया, ये हो सलमान बताया भाई कि एक बंदा मिनट कोई रुको बात मां गलत करे, सलमान तो भाई एक बंदा मिनट बात रुको सही करे, उसको गालियों गलत जो बयान मर्जी करना है। आपकी करें, अम्मी ने ये बताया, जो बात बताएं। सलमान भाई हो औकाब गया नहीं, साहब आपकी रुक अम्मी ने जाओ ये झूठ बोलने की तलीम और आपको दोनों आपकी बंदे अम्मी रुक ने जाओ दी है यार या चुप आपके रहो मौलवी दोनों साहब ने दी कोई है या ना, मास्टर बस साहब ने दी बात है या आपने हुकूमत कर वक्त ने दी दिया, है? बताएं मुझे आपने बता दिया। अब आपको इखराज का यार, खतरा इधर पड़ा हुआ है। 40 बंदे 45 बंदे सुन रहे हैं, कहीं मैंने ये जिक्र ही नहीं इखराज तो किया। होना है ना, हो जाएगा, सलमान वो भाई एक इखराज मिनट हो गल जाएगा ना। सुनो सलमान भाई एक मिनट रुक मैं जाओ हिसाब लाया, तुसी पुट्ठे जम्मे जम्मे पुट्ठे आप यार पैदा एक मिनट पुट्ठे औकाब साहब पैदा रुक होते जाओ हैं। ਮੈਨੂੰ ਸਾਕੀ ਨਾਲ ਦਵਾ ਸਲਾਮ ਤੇ ਕਰ ਲੈਣ ਦੋ ਓਏ ਹਾਂਜੀ ਕੀ ਸਾਕੀ ਹੋ ਸਾਹਿਬ ਕੀ ਗਿਆ ਹਾਲ ਨੇ ਰੌਲਾ ਹੀ ਠੀਕ ਹੋ ਪਾ ਦਿੱਤਾ ਜੇ ਅੱਲਾਹ ਪਾਕ ਦਾ लाल भाई बस दस यार ऐसे नहीं करते। अपनी अम्मी की तलीम, जो आपकी अम्मी ने झूठ की तलीम आपको दी है, आपके मौलवी साहब ने दिया, वो लोगों को थोड़ी बताते हैं आप। दिया ना कि यार उन्होंने बेड़ा मॉडरेटर गर्क किया कौन है है आपका। अम्मी साहब की किताब, अम्मी साहब की किताब, अम्मी साहब आपका की किताब, इकराम हो मैंने उनका अकाब नाम साहब नहीं लिया। जी, अकाब जी, साहब जी। अम्मियों को हर और जगह तो बाजियों रौला को यहाँ पाया पर मेंशन ना करें, अपनी अपनी बात करें। अम्मियों बाजियों को अच्छा यहाँ मौलवी मेंशन नहीं साहब मुझे करना। ये बता दे, मौलवी साहब मुझे ये बता दे कि मैंने यहाँ कहाँ जिक्र किया कि मिर्जा साहब की किताबों का, बताएं जरा प्लीज। ये गुजारिश ये है कि ये बातें जो आप कर रहे थे वो मिर्जा साहब की ही किताबों के बारे में कर रहे थे, वरना जिन किताबों का आप यहाँ पे नाम ले, नाम तो आपने उनका भी नहीं लिया। ये हलफ दें माना नहीं, आप, सुन हलफ तो दें लेना, कि मैं सुन मिर्जा तो साहब ले, की किताबों की बात कर सुन रहा हूँ, तो ले, हलफ दें सुन आप। ले, सुन लेना। माना नहीं जा सकता कि आप मुसलमानों की किताबों की बात करें, क्योंकि मुसलमानों की किताबों में जितना एक दूसरे के खिलाफ उन्होंने लिखी होंगी, एक दूसरे को काफर कहा होगा आमर भाई या किसी ने गालियां दी, वो तो इनके फायदे में, आपके फायदे में है ना। अस्सलामुअलैकुम वालेकुम सलाम। अस्सलामुअलैकुम आमर जी भाई वालेकुम। एक मिनट कोई बंदा बोलियो ना आमर भाई ਤੁਸੀਂ ਉਹ ਵੀਡੀਓ ਚਲਾਇਓ ਇੱਕ ਵਾਰੀ ਜਿਹੜੀ ਚਲਾਈ ਜੇ जी मैं प्ले करता हूँ। मेरी कॉल आ गई थी बीच में, मैं चला रहा था तो दूसरे मोबाइल पे ना, मैं ਤੁਸੀਂ play कर ਆਈਡੀਓ ਪਲੇ ਕਰੋ ਨਾ ਤੇ ਜਿੱਥੇ ਆਖਿਆ ਉੱਥੇ ਰੋਕ ਵੀ ਛੜਿਓ जी हमने प्ले कर देना सर। ਠੀਕ ਹੈ ਤੇ ਇਹ ਚੀਜ਼ ਜਿਹੜੀ ਹੈ ਖਤਮ ਹੋ ਜਾਏਗੀ ਤੇ ਫਿਰ ਇੱਕ ਇਸਲਾਮ, ਅਸਲ ਜਿਹੜਾ ਇਸਲਾਮ ਹੈ ਨਾ, ਉਹ ਐਟਮ ਬੰਬ ਤੋਂ ਪਿੱਛੇ ਜੇ ਬਾਅਦ ਜਿਹੜਾ ਨਾ ਪਿੱਛੇ ਇਹ ਦੁਨੀਆ ਨੂੰ ਮਯਸਰ ਹੋਏਗਾ। ਕੀ ਖਿਆਲ ਹੈ ਕੁਰਨ ਭਾਈ? मेरे को नहीं है इस तो ਨਹੀਂ पीछे। ਪਿੱਛੋਂ ਸ਼ੁਰੂ ਤੋਂ ਕਰਿਓ ਸੋ ਸ਼ੁਰੂ ਤੋਂ अच्छा एक सेकंड। ਠੀਕ ਹੈ ਤੇ ਇਹ ਚੀਜ਼ ਜਿਹੜੀ ਹੈ ਖਤਮ ਹੋ ਜਾਏਗੀ ਤੇ ਫਿਰ ਇੱਕ ਇਸਲਾਮ, ਅਸਲ ਜਿਹੜਾ ਇਸਲਾਮ ਹੈ ਨਾ, ਉਹ ਐਟਮ ਬੰਬ ਤੋਂ ਬਾਅਦ ਜਿਹੜਾ ਨਾ ਇਹ ਦੁਨੀਆ ਨੂੰ ਮਯਸਰ ਹੋਏਗਾ। ਕੀ ਖਿਆਲ ਹੈ ਕੁਰਨ ਭਾਈ? ਬਿਲਕੁਲ, ਕਿਉਂਕਿ ਇਸ ਤੋਂ ਇਲਾਵਾ ਅਗਰ ਤੁਸੀਂ ਇਹ ਜਿਹੜੀਆਂ ਕਿਤਾਬਾਂ ਹੁਣ ਲਿਖਤੀਆਂ ਨੇ, ਇਹਨਾਂ ਕਿਤਾਬਾਂ ਦੇ ਉੱਤੇ ਹੁਣ ਜਿਹੜੇ ਪਾਸੇ ਨੂੰ ਵੀ ਤੁਸੀਂ ਚਲੇ ਜਾਓਗੇ ਨਾ, ਤੇ ਕੋਈ ਨਾ ਕੋਈ ਇਖਤਲਾਫ ਵਾਲਾ ਜਿਹੜੀਆਂ ਚੀਜ਼ਾਂ ਨੇ ਨਾ, ਉਹ ਤੁਹਾਨੂੰ ਨਜ਼ਰ ਆਉਂਦੀਆਂ ਹੀ ਰਹਿਣੀਆਂ ਨੇ, ਨਜ਼ਰ ਇੱਥੇ ਆਉਂਦੀਆਂ ਹੀ ਰਹਿਣੀਆਂ ਰੁਕ ਨੇ। ਜਾਓ ਅਮਰ ਭਾਈ ਮਤਲਬ ਇੱਥੇ ਹੀ ਰੁਕ ਤੁਸੀਂ ਜਾਓ ਹਕੀਕਤ ਇੱਥੇ ਹੀ ਰੁਕ ਜਾਓ जी जी जी। ਹੁਣ ਉਕਾਬ ਸਾਹਿਬ ਨੂੰ ਪੁੱਛੋ ਉਹ ਕਿਹੜੀਆਂ ਕਿਤਾਬਾਂ ਨੇ ਜਿਨ੍ਹਾਂ ਦੇ ਵਿੱਚ ਇਖਤਲਾਫ ਅੱਗੇ ਪਿੱਛੇ ਜਿੱਧਰ ਵੀ ਜਾਓ ਤੇ ਹੁੰਦੇ ਰਹਿੰਦੇ ਨੇ। ਇਹ ਉਕਾਬ ਸਾਹਿਬ ਤੁਸੀਂ ਆਪਣੀਆਂ ਕਿਤਾਬਾਂ ਦੀ ਗੱਲ ਕਰ ਰਹੇ ਜੇ, ਜਿਹੜੇ ਇਖਤਲਾਫ ਲੋਕੀ ਚੁੱਕ ਕੇ ਵਹਾਉਂਦੇ ਨੇ ਤੁਹਾਨੂੰ ਤੇ ਤੁਸੀਂ ਨੱਸਦੇ ਜੇ। हो गई गल पूरी? ਹਾਂਜੀ ਕਰੋ ਕਰੋ ਤਵੀਲ ਇਹਦੀ ਤੁਸੀਂ ਸਾਕੀ ਸਾਹਿਬ, ਤੁਸੀਂ ਵੀ ਇਸ ਚੀਜ਼ ਦਾ ਹਲਫ ਦੇਣਾ ਹੈ ਤੇ ਮੌਲਵੀ ਸਾਹਿਬ ਨੇ ਵੀ ਹਲਫ ਦੇਣਾ ਕਿ ਮੈਂ ਆਪਣੀਆਂ ਕਿਤਾਬਾਂ ਦੇ ਬਾਰੇ 'ਚ ਗੱਲ ਕਰ ਰਿਹਾ। ਜੋ ਹਲਫ ਨਹੀਂ ਹਲਫ ਵਾਲੀਆਂ ਦੇ ਵਿੱਚ ਕਿਹੜੀ ਗੱਲ ਹੈ? ਅੰਨੇ ਨਹੀਂ, ਅਗਰ ਤੁਸੀਂ ਸੱਚ ਬੋਲ ਰਹੇ ਹੋ ਤਾਂ ਤੁਸੀਂ ਹਲਫ ਦੇ ਦਿਓ, ਗੱਲ ਖਤਮ। ਮੈਂ ਕਹਿੰਦਾ ਤੁਸੀਂ ਅਹਿਮਦ ਰਜ਼ਾ ਦੀ ਕਿਤਾਬ ਕੋਈ ਕੱਢ ਕੇ ਵਹਾਓ, ਕੋਈ ਮੁਸਲਮਾਨ ਯਾਰ ਇਤਰਾਜ਼ ਮੈਂ ਕਰਦਾ। ਨਹੀਂ, ਵੇਖੋ ਨਾ ਸਾਕੀ ਸਾਹਿਬ, ਜਿਹੜੀ ਤੁਸੀਂ ਬੜੇ ਪਿਆਰ ਦੇ ਨਾਲ ਮੈਂ ਤੁਹਾਡੀ ਗੱਲ ਸੁਣੀ ਹੈ, ਤੁਹਾਡੀ ਮੈਂ 3 ਵਾਰੀ ਆਡੀਓ ਸੁਣੀ ਹੈ, ਅਗਰ ਤੇ ਤੁਸੀਂ ਆਪਣੀ ਗੱਲ ਦੇ ਉੱਤੇ ਸੱਚੇ ਹੋ ਤੇ ਤੁਸੀਂ ਹਲਫ ਦੇ ਦਿਓ ਕਿ ਬਈ ਔਕਾਬ ਤੂੰ ਇਹ ਗੱਲ ਕੀਤੀ ਹੈ, ਆਪਣੀਆਂ ਕਿਤਾਬਾਂ ਦੇ ਬਾਰੇ 'ਚ ਗੱਲ ਕੀਤੀ ਹੈ, ਮੈਂ ਮੰਨ ਜਾਵਾਂਗਾ, ਗੱਲ ਖਤਮ, ਨੋ ਪ੍ਰੋਬਲਮ।
औकाब साहब आपने बता दिया ना, देखिए हो गया बात है, ऐसी आप जोर लगा रहे हैं। नहीं, मेरे ऐसे यार रब्बा, ऐसे आपके जोर साथ नहीं जो मैं लगा इख्तिलाफ रहा, है मैं आप तो आराम किताबों आराम पे से कह गिरा रहा हूँ दें, आपको। उनको एक गिरा बंदा दें। बात करे, साजिद साहब आप भी हलफ दे दें, अगर मैंने कह दिया ना तो आप भी हलफ दे दें। जी आपने कह दिया, देखिए आप सुन लेना, नहीं आपने कहा कि मैंने तो कहा आपके ही साथ नहीं जो है ना, मैंने इख्तिलाफ तो होता कहा है ही नहीं है, आपकी मैंने तो किताबों कहा ही की नहीं वजह है से होता है, बेड़ा गर्क भाई। कोई मैंने तो किताबों आपके का। सामने ये ऑडियो इसलिए आपने 3 बार क्या चलाई है, करें मैंने आप? तो एक दफा भी नहीं बोला। आप भी हलफ दे दें, एक गया बंदा। साकी साहब आप हलफ दे दें। ਕਾਹਦਾ ਹਲਫ ਮੇਰੇ ਕੋਲ ਲੈਣਾ ਜੇ? ਜਿਹੜਾ ਤੁਸੀਂ ਇਹ ਗੱਲ ਮੇਰੇ ਉੱਤੇ ਇਲਜ਼ਾਮ ਲਾਇਆ ਕਿ ਝੂਠ ਮਾਰਿਆ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਦੇ ਬਾਰੇ ਚ ਤੁਸੀਂ ਇਹ ਗੱਲ ਕੀਤੀ ਹੈ, ਉਹਦਾ ਹਲਫ ਲੈਣਾ ਹੈ। ਓਏ ਅਸੀਂ ਝੂਠ ਪੇ ਮਾਰਨੇ ਆ, ਸਾਰੀ ਦੁਨੀਆ ਵੀ ਸੁਣਦੀ ਹੈ। ਯਾਰ ਸਾਰੀ ਦੁਨੀਆ ਸੁਣਦੀ ਹੈ ਤੇ ਮੈਨੂੰ ਤੇ ਮੇਰੇ ਕੰਨ ਬੋਲੇ ਨੇ, ਮੈਨੂੰ ਤੇ ਤੇ ਨਹੀਂ ਕਦੇ ਸਾਨੂੰ ਸੁਣਿਆ ਗਿਆ। ਉਹ ਤੇ ਸਾਨੂੰ ਹਲਫ ਦੇਣੇ ਦੀ ਕਿਹੜੀ ਲੋੜ ਹੈ? ਸਾਡੇ ਵੱਲੋਂ ਤੂੰ ਨਾ ਮੰਨ। ਫਿਰ ਝੂਠ ਤੇ ਨਹੀਂ ਨਾ ਮਾਰੀਦਾ ਕੋਈ ਵੀ। ਸਾਕਿਬ ਝੂਠ ਸਾਹਿਬ ਨਹੀਂ ਨਜ਼ਰ ਆਉਂਦਾ ਪਿਆ ਸਾਨੂੰ। ਨਹੀਂ ਝੂਠ ਮਾਦਰ ਨਜ਼ਰ ਸਾਹਿਬ ਆਉਂਦਾ ਨਜ਼ਰ ਤਾਂ ਆ ਹਲਫ ਰਿਹਾ ਦੇ ਦਿਓਗੇ ਮੈਂ ਝੂਠ ਮੈਂ ਮੈਂ ਝੂਠ ਮੈਂ ਮਾਰਿਆ। ਸਾਨੂੰ ਨਜ਼ਰ ਆ ਰਿਹਾ ਕਿ ਯਾਰ ਨਜ਼ਰ ਆ ਰਿਹਾ ਗੱਲ ਕਰਦੇ ਨੇ ਸੱਚੀ ਪਏ। ਆਪਣੀ ਗੱਲ ਦੇ ਉੱਤੇ ਹਲਫ ਨਹੀਂ ਦੇ ਸਕਦੇ। ਨਹੀਂ ਅਸਾਂ ਨਹੀਂ ਦੇਣਾ ਹਲਫ, ਅਸੀਂ ਇਹਦਾ ਤੂੰ ਮਕਸਦ ਤੇਰੀ ਤੁਸੀਂ ਗੱਲ ਨਾਲ ਝੂਠੇ ਹੋ। ਲੜਦੇ ਹੈ। ਇਹਦਾ ਮਕਸਦ ਤੁਸੀਂ ਝੂਠੇ ਹੋ। ਅੱਛਾ ਨਹੀਂ ਅੱਛਾ, ਕਾਬ ਸਾਹਿਬ ਜਿਹੜਾ ਹਲਫ ਨਾ ਦੇ ਉਹ ਝੂਠਾ ਹੁੰਦਾ ਹੈ। ਨਹੀਂ ਨਹੀਂ ਖਲੋ ਜੋ, ਇਹਨਾਂ ਨੂੰ ਪੁੱਛ ਲੈਣੇ, ਅਕਲੀ ਗੱਲ ਪੁੱਛ ਲੈਣੇ ਆ। ਜਿਹੜੀਆਂ ਕਿਤਾਬਾਂ ਦੇ ਵਿੱਚ ਇਖਤਲਾਫ ਹੈ, ਉਹਨਾਂ ਇਖਤਲਾਫ ਤੋਂ ਤੁਸੀਂ ਪਰੇਸ਼ਾਨ ਵੀ ਹੋ, ਉਹ ਕਿਹੜੀਆਂ ਕਿਤਾਬਾਂ ਨੇ? ਇਹ ਤੁਹਾਡੇ ਮੌਲਵੀਆਂ ਦੀਆਂ ਕਿਤਾਬਾਂ, ਉਹਨਾਂ ਦਾ ਆਪਸ ਵਿੱਚ ਇਖਤਲਾਫ ਹੈ, ਤੇ ਉਹਦੀ ਤੁਹਾਨੂੰ ਕੀ ਪਰੇਸ਼ਾਨੀ ਹੈ? ਪਰੇਸ਼ਾਨੀ ਸਾਨੂੰ ਤੇ ਕੋਈ ਪਰੇਸ਼ਾਨੀ ਨਹੀਂ, ਉਮਤ ਮੁਸਲਮਾਨ ਨੂੰ ਪਰੇਸ਼ਾਨੀ ਬਣ ਗਈ ਹੈ ਕਿਉਂਕਿ ਇੱਕ ਦੂਜੇ ਨੂੰ ਕਾਫਰ ਦੇ ਫਤਵੇ ਦਿੱਤੇ ਨਹੀਂ ਨੇ। ਤੁਸੀਂ ਨਹੀਂ, ਤੁਹਾਡਾ ਜਿਹੜਾ ਜਿਹਨੂੰ ਤੁਸੀਂ ਮਜ਼ਹਬ ਆਪਣੇ ਨੂੰ ਫੈਲਾਣਾ ਚਾਹੁੰਦੇ ਹੋ, ਉਹ ਕਿਸ ਤਰ੍ਹਾਂ ਫੈਲੇਗਾ ਜੇ ਇਹ ਇਖਤਲਾਫ ਖਤਮ ਹੋ ਗਿਆ ਤੇ? ਮੇਰੀ ਵੇਖੋ ਮੌਲਵੀ ਸਾਹਿਬ, ਪਹਿਲਾਂ ਤੁਸੀਂ ਇੱਕ ਮੇਰੇ ਤੇ ਇਲਜ਼ਾਮ ਲਾਇਆ ਕਿ ਤੁਸੀਂ ਇਹ ਗੱਲ ਕੀਤੀ, ਉਹ ਤੁਸੀਂ ਸਾਬਤ ਨਹੀਂ ਕੀਤੀ, ਠੀਕ ਹੈ ਨਾ? ਇਹ ਤੁਸੀਂ ਮਾਜ਼ਰਤ ਕਰ ਲਓ। ਇਹ ਤੁਸੀਂ ਗੱਲ ਜਿਹੜੀ ਹੈ ਨਾ ਆਪਣੀ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਦੇ ਬਾਰੇ ਚ ਨਹੀਂ ਕੀਤੀ, ਕੋਈ ਵੀ ਸਾਨੂੰ ਗਲਤਫਹਿਮੀ ਲੱਗ ਗਈ ਹੈ, ਇਹ ਤੇ ਪਹਿਲਾਂ ਮਾਜ਼ਰਤ ਕਰੋ ਨਾ, ਉਸ ਤੋਂ ਬਾਅਦ ਅੱਗੇ ਚੱਲ ਜਾਂਦੇ। ਇਹ ਕਿਤਾਬਾਂ ਮੈਂ ਕਹਿੰਦਾ ਤੁਸੀਂ ਅਕਲ ਨਾਲ ਸਾਨੂੰ ਕਿਸੇ ਬੰਦੇ ਕੋਲ ਇੱਥੋਂ ਪੁੱਛਦੇ ਹੋ, ਜਿਹੜੀਆਂ ਕਿਤਾਬਾਂ ਦੇ ਇਖਤਲਾਫ ਦੀ ਵਜ੍ਹਾ ਤੋਂ ਤੁਸੀਂ ਪਰੇਸ਼ਾਨ ਹੋ, ਉਹ ਕਿਤਾਬਾਂ ਮੁਸਲਮਾਨਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਜਾਂ ਤੁਹਾਡੀਆਂ ਹੋਣੀਆਂ ਚਾਹੀਦੀਆਂ ਨੇ? ਮੁਸਲਮਾਨਾਂ ਦੇ ਤੇ ਦਰਮਿਆਨ ਜਿੰਨਾ ਇਖਤਲਾਫ ਹੋਵੇ, ਅਸੀਂ ਨਹੀਂ ਪਰੇਸ਼ਾਨ, ਅਸੀਂ ਫਾਇਦਾ ਦਿੰਦਾ ਕਿ ਨੁਕਸਾਨ ਦਿੰਦਾ? 72 ਫਿਰਕੇ ਪਰੇਸ਼ਾਨ ਨੇ, ਅਸੀਂ ਕਦੇ ਪਰੇਸ਼ਾਨ ਆ? ਤੇ ਮੁਸਲਮਾਨ ਪਰੇਸ਼ਾਨ, ਅੱਛਾ ਮੁਸਲਮਾਨ ਜਿੰਨੇ ਪਰੇਸ਼ਾਨ ਹੋਣ, ਓਨਾ ਹੀ ਤੁਹਾਨੂੰ ਫਾਇਦਾ ਹੈ ਕਿ ਨੁਕਸਾਨ ਹੈ? ਨਹੀਂ, ਸਾਨੂੰ ਦੁੱਖ ਹੁੰਦਾ ਕਿ ਸਾਡੀ ਜਿਹੜੀ ਮਤਲਬ ਕਿ 72 ਫਿਰਕੇ ਨੇ ਜਨਾਬ ਅਲੀ, ਇਹ ਪਰੇਸ਼ਾਨੀ ਦੇ ਵਿੱਚ ਨੇ, ਇਸ ਟਾਈਮ ਯਹੂਦ ਦੀ ਮੁਸ਼ਾਬਤ ਇਖਤਿਆਰ ਕਰ ਗਏ ਨੇ, ਇਹਨਾਂ ਨੂੰ ਨਹੀਂ ਸਮਝ ਲੱਗਣ ਡਈ ਕੋਈ ਵੀ, ਸਾਨੂੰ ਦੁੱਖ ਹੁੰਦਾ ਇਸ ਚੀਜ਼ ਦਾ। ਮਤਲਬ ਤੁਸੀਂ ਇਹ ਚਾਹੁੰਦੇ ਹੋ ਕਿ ਉਹਨਾਂ ਦੀ ਪਰੇਸ਼ਾਨੀ ਦੂਰ ਹੋ ਜੇ? ਤੁਹਾਡਾ ਇਹ ਮਤਲਬ ਹੈ ਕਿ ਉਹਨਾਂ ਦੀ ਪਰੇਸ਼ਾਨੀ ਦੂਰ ਹੋ ਜੇ ਤੇ ਉਹ ਫੋਕਸ ਕਰਕੇ ਆਖਣ ਕਿ ਇਹ ਜਿਹੜਾ ਤੁਹਾਡੇ ਤੇ ਉੱਤੇ ਫੋਕਸ ਕਰਕੇ ਆਖਣ ਕਿ ਮਿਰਜ਼ਾ ਸਾਹਿਬ ਝੂਠੇ ਨੇ, ਇਹ ਮਜ਼ਹਬ ਸਾਰਾ ਤੁਹਾਡੇ ਵੱਲ ਫੋਕਸ ਕਰਨ? ਯਾਰ ਇਹ ਮੈਂ ਗੱਲ ਤੁਹਾਨੂੰ ਮਾੜਾ ਚੰਗਾ ਇਹਦੇ ਵਿੱਚ ਪਰੇਸ਼ਾਨੀ ਦੂਰ ਹੋ ਜਾਏਗੀ। ਅਗਰ ਉਹਨਾਂ ਦੀ ਆਪਣੀ ਪਰੇਸ਼ਾਨੀ ਆਪਸ ਵਿੱਚ ਝਗੜਾ ਉਹਨਾਂ ਦਾ ਖਤਮ ਹੋ ਜਾਏਗਾ ਤੇ ਫਿਰ ਤੁਹਾਡੇ ਤੇ ਫੋਕਸ ਕਰਨਗੇ ਨਾ। ਮੇਰੀ ਪਰੇਸ਼ਾਨੀ ਤੁਹਾਡੀ ਤਾਂ ਖਤਮ ਹੋਏਗੀ ਮੌਲਵੀ ਸਾਹਿਬ ਕਿ ਜੇ ਜਿਹੜੇ ਤੁਸੀਂ ਇੱਕ ਦੂਜੇ ਦੇ ਉੱਤੇ ਫਤਵੇ ਲਾਏ ਨੇ, ਜਿਹੜੇ ਊਂਠਾਂ ਦੇ ਪਿਸ਼ਾਬ ਪਲਾਏ ਨੇ, ਜਿਹੜੇ ਪੁੱਠੇ ਸਿੱਧੇ ਕੰਮ ਮਨੀਆਂ ਛਣੀਆਂ ਖਵਾਈਆਂ ਨੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਦੋਂ ਖਤਮ ਹੋ ਜਾਣਗੀਆਂ ਤੇ ਲੋਕਾਂ ਦੇ ਅਕੀਦੇ ਜਿਹੜੇ ਨੇ ਉਹ ਆਪੇ ਦਰੁਸਤ ਹੋ ਜਾਣਗੇ, ਕੁਰਾਨ ਮਜੀਦ ਦੀ ਤਲੀਮ ਵੱਲ ਆ ਜਾਣਗੇ, ਠੀਕ ਹੈ? ਇਹ ਊਂਠ ਦਾ ਪਿਸ਼ਾਬ ਤੇ ਮਿਰਜ਼ਾ ਸਾਹਿਬ ਵੀ ਪਿਆਇਆ ਹੈ, ਊਂਠ ਦਾ ਪਿਸ਼ਾਬ ਤੇ ਤੁਹਾਡੇ ਮਿਰਜ਼ਾ ਸਾਹਿਬ ਵੀ ਪਿਆਇਆ ਹੈ। ਚਲੋ ਠੀਕ ਹੈ, ਮਤਲਬ ਕਿ ਜੇ ਤੁਹਾਨੂੰ ਪਿਆਇਆ ਕਰਨਾ ਤੇ ਚੈੱਕ ਪੜਨਾ ਜੇ ਤੁਹਾਨੂੰ ਪਿਆ, ਤੁਹਾਡੇ ਮਿਰਜ਼ਾ ਸਾਹਿਬ ਤੁਹਾਨੂੰ ਪਿਆ ਕੇ ਗਏ ਨੇ, ਤੁਹਾਨੂੰ ਪਿਆ ਕੇ ਗਏ ਨੇ। ਮੇਰੀ ਗੱਲ ਸੁਣੋ ਪਹਿਲਾਂ, ਮੌਲਵੀ ਸਾਹਿਬ ਮੇਰੀ ਗੱਲ ਸੁਣੋ ਪਹਿਲਾਂ, ਤੇ ਤੁਸੀਂ ਆਪਣੀ ਗੱਲ ਦੇ ਉੱਤੇ ਕਾਇਮ ਰਹਿਣ ਦੀ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਆਪਣੀ ਗੱਲ ਪਹਿਲਾਂ ਊਂਠ ਦਾ ਪਿਸ਼ਾਬ ਤੇ ਦੇਖੋ, ਜਿਹੜੀ ਤੁਸੀਂ ਪਿਸ਼ਾਬ ਤੇ ਪਿਆ ਲਈਏ ਨਾ। ਦੇਖੋ ਮੇਰੀ ਗੱਲ ਸੁਣੋ, ਬਾਅਦ ਚ ਹਵਾਲੇ ਵੀ ਕੱਢ ਲਾਂਗੇ, ਸਾਰਾ ਕੁਝ ਹੀ ਕਰ ਲਾਂਗੇ। ਸਾਕੀ ਸਾਹਿਬ ਉੱਤੇ ਨੇ, ਉੱਤੇ ਸਾਜਦ ਸਾਹਿਬ, ਇਹਨਾਂ ਬੰਦਿਆਂ ਨੇ ਤਿੰਨਾਂ ਨੇ ਇਲਜ਼ਾਮ ਮੇਰੇ ਤੇ ਲਾਇਆ ਕਿ ਤੁਸੀਂ ਇਸ ਕਿਤਾਬਾਂ ਦੇ ਬਾਰੇ ਚ ਗੱਲ ਕੀਤੀ ਹੈ। ਹੁਣ ਤੁਹਾਨੂੰ ਹਲਫ ਪੁੱਛਿਆ, ਤੁਸੀਂ ਕਿਹਾ ਸਾਡੇ ਕੋਲ ਨਹੀਂ ਦਿੱਤਾ ਜਾਂਦਾ ਕੋਈ ਵੀ ਕਿਉਂਕਿ ਅਸੀਂ ਝੂਠੇ ਆ। ਮਕਸਦ ਗੱਲ ਕਰਨ ਦਾ ਹੈ ਕਿ ਅਗਰ ਤੁਸੀਂ ਝੂਠ ਮਾਰ ਰਹੇ ਹੋ ਤੇ ਤੁਸੀਂ ਇਹਨਾਂ ਲੋਕਾਂ ਨੂੰ ਵੀ ਦੱਸੋ ਕਿ ਅਸੀਂ ਝੂਠ ਮਾਰ ਰਹੇ ਹਾਂ। ਮੈਂ ਪਹਿਲਾਂ ਊਂਠ ਦਾ ਪਿਸ਼ਾਬ ਨਾ ਤੁਹਾਨੂੰ ਪਿਆ ਲਈਏ। ਯਾਰ ਪਹਿਲਾਂ ਜਿਹੜੀ ਗੱਲ ਖੋਲੀ ਸੀ ਜੇ ਉਹਨੂੰ ਮੁਕਾ ਲਿਆ ਜੇ, ਮੇਰੇ ਆਉਣ ਤੋਂ ਪਹਿਲਾਂ ਖੋਲਿਆ ਜਿਹੜਾ ਕਿੱਸਾ ਇਹ ਗੱਲ ਮੈਂ ਕੀਤੀ ਕਿ ਤੁਸੀਂ ਕੀਤੀ ਹੈ? ਊਂਠ ਦੇ ਪਿਸ਼ਾਬ ਵਾਲੀ ਗੱਲ ਮੈਂ ਕੀਤੀ ਕਿ ਤੁਸੀਂ ਕੀਤੀ ਹੈ? ਮੈਂ ਤੇ ਤੁਹਾਨੂੰ ਇਹ ਕਿਤਾਬਾਂ ਦੇ ਮੈਂ ਤੇ ਪਹਿਲਾਂ ਹੀ ਤੁਹਾਨੂੰ ਇਹਨਾਂ ਕਿਤਾਬਾਂ ਦੇ ਬਾਰੇ ਇਹਨਾਂ ਕਿਤਾਬਾਂ ਦੇ ਮਸਲਾ ਹੈ ਨਾ, ਇਹਨਾਂ ਕਿਤਾਬਾਂ ਹੀ ਕਿਤਾਬਾਂ ਦਾ ਮਸਲਾ ਹੈ ਨਾ। ਤੇ ਇਹ ਵੇਖੋ ਭਲਾ, ਇੱਕ ਮਿੰਟ ਤੁਸੀਂ ਇਹ ਮੰਨੋ, ਇਸ ਚੀਜ਼ ਨੂੰ ਤੁਸੀਂ ਮੰਨੋ, ਤਸਲੀਮ ਕਰੋ ਕਿ ਜਿਹੜੀ ਔਕਾਤ ਤਸਲੀਮ ਕਰਨੀ ਹੈ ਇਸ ਆਪਣੀਆਂ ਕਿਤਾਬਾਂ ਦੇ ਬਾਰੇ ਚ ਨਹੀਂ ਕੀਤੀ, ਤਸਲੀਮ ਕਿਤਾਬਾਂ ਦੇ ਬਾਰੇ ਚ ਗੱਲ। ਇੱਕ ਮਿੰਟ ਜ਼ਰਾ ਹੁਣ ਮਿਊਟ ਲਾਓ। ਇਹ ਕੀ ਲਿਖਿਆ ਹੈ? ਹਜ਼ਰਤ ਮਸੀਹ ਮਊਦ ਕਾ ਇੱਕ ਪੁਰਾਣਾ ਮਕਤੂਬ, ਇਹ ਜਿਲਦ ਨੰਬਰ 11 ਤੁਹਾਡੇ ਅਲ ਫਜ਼ਲ ਅਖਬਾਰ ਦੀ ਹੈ, 22 ਫਰਵਰੀ 1924 ਦਾ ਅਖਬਾਰ ਹੈ ਇਹ ਅਖਬਾਰ ਅਲ ਫਜ਼ਲ ਕਾਦੀਆ ਨਜ਼ਰ ਆਉਂਦਾ। ਇੱਕ ਮਿੰਟ ਖਲੋ, ਤੁਸੀਂ ਹੌਸਲਾ ਕਰਨਾ, ਘਬਰਾਣਾ ਨਹੀਂ। ਬਸ ਇਹ ਮੈਂ ਕੋਈ ਕੈਮਰਾ ਬੰਦ ਨਹੀਂ ਕੀਤਾ ਤੁਹਾਨੂੰ। ਇਹ ਵੇਖੋ ਕੀ ਲਿਖਿਆ ਹੈ, ਪੜ੍ਹੋ ਵਾਲਾ ਲਫ਼ਜ਼,
ਸਾਹਬਾ ਕੀ ਲਿਖਿਆ? ਕੀ ਪੜੋ ਤੁਸੀਂ ਪੜ੍ਹੇ ਉਰਦੂ? ਸਾਹਬਾ ਪੜੋ ਤੁਸੀਂ ਗੁੰਗੇ ਹੋ? ਓਹੋ ਤੁਸੀਂ ਨਹੀਂ ਉਰਦੂ ਪੜ੍ਹ ਲੈਂਦੇ? ਖੱਤ ਤੁਹਾਡਾ ਹੈ, ਤੁਸੀਂ ਤੁਹਾਡੇ ਮਸੀਹ ਮਊਦ ਤੁਸੀਂ ਦਾ ਹੈ। ਕਿਤਾਬ ਖੋਲੀ ਹੈ, ਤੁਸੀਂ ਪੜ੍ਹ ਨਹੀਂ ਸਕਦੇ? ਹਰ ਰੋਜ਼ ਪੜ੍ਹਦੇ ਹੋ ਤੇ ਤੁਸੀਂ ਹੁਣ ਕਿਉਂ ਨਹੀਂ ਤੁਹਾਡੇ ਪੜ੍ਹਦੇ ਪਏ? ਮਸੀਹ ਮਊਦ ਦਾ ਖੱਤ ਹੈ, ਸੁਣ ਤੇ ਲੋ। ਸਾਹਬਾ ਰਜ਼ੀ ਅੱਲਾ ਉੱਤੋਂ ਪੜੋ ਕਰੋ। ਖਤ ਜਿਹੜੇ ਨੇ ਨਾ ਕਿੱਥੋਂ ਕਿਹਨੇ ਲਿਖਿਆ ਸੀ? ਕਿੱਥੋਂ ਸ਼ੁਰੂ ਕਰ? ਇਹ ਲੋ ਜੀ ਤੁਹਾਡੇ ਮਸੀਹ ਮਊਦ ਦਾ ਉੱਤੇ ਲਿਖਿਆ ਹੈ। ਇਹ ਕੀ ਲਿਖਿਆ ਹੈ? पढ़ो। हजरत मसीह मऊद का एक पुराना मकतूब 29 जनवरी को यह खत मस्जिद मुबारक में बहजूर खलीफातुल मसीह पेश हुआ, जिसको सिलसिला डायरी में जनाब मेहर मोहम्मद खान साहब नायब मदीर अल फजल ने ले लिया था, जो मंदरजा झेल है। ए तुहाडे मसीह मऊद दा खत है जिहड़ा मंदरजा झेल है। नकल मुताबक असल, ठीक है जी। लफाफे दा पता ते थल्ले बामकाम लाहौर, दफ्तर सरकारी वकील बखिदमत अखवेम मुंशी मोहम्मद सैन साहब क्लर्क दफ्तर सरकारी वकील। ठीक हो गया जी। ए जी 25 नवंबर ए कादियान तो मोहर लगी, कहंदे ने मोहर कादियान 25 नवंबर 1903 तो। राकम खाकसार, ए खाकसार पता कौन है? खाकसार मिर्जा गुलाम अहमद अफी अन अज कादियान। बिस्मिल्लाहिर्रहमानिर्रहीम नहमदु व नसल्ली अला रसूलिल करीम। अस्सलाम वालेकुम रहमतुल्लाहि व बरकातहू। बाद इसके वाज़े हो कि आपका ख़त मुझको मिला, आप अपने घर में समझावें कि इस तरह शक्को शुबा में पढ़ना बहुत मना है। शैतान का काम है जो ऐसे वसवसे डालता है। हरगिज़ वसवसे में नहीं पढ़ना चाहिए, गुनाह है। और याद रहे कि खुश्क के साथ गुस्ल वाजिब नहीं होता, और ना सिर्फ शक के साथ गुस्ल वाजिब नहीं होता, और ना सिर्फ शक से कोई चीज़ पलीद हो सकती है। ऐसी हालत में बेशक नमाज पढ़ना चाहिए। और मैं इंशाल्लाह दुआ करूँगा, दुआ भी करूँगा हज़रत सल्लल्लाहु अलैहि वसल्लम और आपके अमूर और आपके असहाब व पता नहीं हमें उनकी क्या लिखा हुआ है, हमें उनकी तरह हर वक्त कपड़ा साफ नहीं करते थे। हजरत आयशा कहती हैं कि अगर कपड़ा पर मनी गिरती थी, ऐ लफ्ज बोले ना तुसी अकाब साहब, अगर कपड़ा पर क्या गिरती थी, मनी गिरती थी। ए ਤੁਹਾਡੇ ਮਸੀਹ ਮਊਦ पे कहंदे ने, कहंदी हजरत आयशा कह रही है, हजरत आयशा कह रही है। आहो ते ਤੁਹਾਡੇ ਮਸੀਹ ਮਊਦ ਤਸਦੀਕ पे करदे ने ना कि ਉਹ तस्दीक नहीं कर रहे हो, लिख रहे ने ते केड़ा को दा गलत पे कहंदे ने, गलत होया है। इसी तरह आगे चलो। तो हम इस मनी खुश्कशुदा को सिर्फ झाड़ देते थे। ठीक हो गया जी, झाड़ देते थे, कपड़ा नहीं धोते थे। और ऐसे कुएं से पानी पीते थे जिसमें हैज के लत्ते पड़ते थे। ज़ाहिरी पाकीज़गी से मामूली हालत पर कफ़ायत करते थे। ईसाइयों के हाथ का पनीर खा लेते थे, हालांकि मशहूर था कि उसमें सूअर की चर्बी पड़ती है। असूल ये था कि जब तक यकीन ना हो हर एक चीज़ पाक है। ठीक है जी। महज शक से कोई चीज़ पलीद नहीं होती। अगर कोई शीर खार बच्चा किसी कपड़े पर पेशाब कर दे तो उस कपड़े को धोते नहीं थे, महज पानी का एक छींटा उस पर डाल देते थे और बार बार हजरत फरमाया करते थे कि रूह की सफाई करो, सिर्फ जिस्म की सफाई और कपड़े की सफाई बहिश्यत में दाखिल नहीं करेगी। और फरमाया करते थे कि कपड़ों के पाक करने में हमसे बहुत मुबालगा करना और वजू पर बहुत कुछ पानी खर्च करना और शक करना ये ठीक नहीं है। अच्छा जी, आगे सुने।
समझ लेना, ये सब शैतानी काम है और सख्त गुनाह है। सहाबा रजी अल्लाह अन हो किसी मर्ज के वक़्त में ऊंट का पेशाब भी पीते थे, फकत ख्वाबों की तफसील और तबीर करने की गुंजाइश नहीं। ਅੱਗੇ ਉਹ ਕਹਿੰਦੇ ਨੇ ਜਿਹੜਾ ਤੁਸੀਂ ਖਾਬ ਸ਼ਾਬ ਲਿਖਿਆ ਉਹਦੀ ਤਬੀਰ ਮੈਂ ਨਹੀਂ ਕਰ ਸਕਦਾ, ਤੇ ਸਾਹਬਾ ਜਿਹੜੇ ਨੇ ਊਂਟ ਦਾ ਪਿਸ਼ਾਬ ਵੀ ਪੀ ਲੈਂਦੇ ਸਨ। ਇਹਦੇ ਚ ਸਾਡਾ ਕੀ ਗੁਨਾਹ ਹੈ? ਲਿਖਿਆ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਕਹਿ ਰਹੇ ਨੇ, ਹਜ਼ਰਤ ਆਇਸ਼ਾ ਕਹਿ ਰਹੀ ਹੈ, ਇਹਦੇ ਚ ਸਾਡਾ ਕੀ ਗੁਨਾਹ ਹੈ? ਇਹ ਗੱਲ ਸਹੀ ਹੈ? ਅੱਛਾ, ਜਿਹੜਾ ਤੁਹਾਡੀਆਂ ਕਿਤਾਬਾਂ 'ਚ ਲਿਖਿਆ ਉਹ ਗੱਲ ਗਲਤ ਹੈ, ਉਹ ਨਹੀਂ ਸਹੀ? ਨਹੀਂ ਤੁਹਾਨੂੰ ਪੁੱਛਨੇ ਪਏ ਆ ਕਿ ਕਿਆ ਸਾਹਬਾ ਊਂਟ ਦਾ ਪਿਸ਼ਾਬ ਪੀਂਦੇ ਸਨ? ਅੱਛਾ, ਤੁਹਾਨੂੰ ਪੁੱਛਨੇ ਆ ਪਏ ਕਿ ਕਿਆ ਸਾਹਬਾ ਊਂਟ ਦਾ ਪਿਸ਼ਾਬ ਪੀਂਦੇ ਹਨ ਜਿਹੜਾ ਉੱਥੇ ਲਿਖਿਆ? ਤੁਹਾਡੇ ਮਿਰਜ਼ਾ ਸਾਹਿਬ ਲਿਖਿਆ ਤੇ ਤੁਹਾਨੂੰ ਪਤਾ ਹੋਣਾ ਨਾ। ਅਹਿਮਦ ਰਜ਼ਾ ਬਰੇਲਵੀ ਨੇ ਨਹੀਂ ਲਿਖਿਆ? ਨਹੀਂ, ਅਹਿਮਦ ਰਜ਼ਾ ਬਰੇਲਵੀ ਕਿਹਨੇ ਨਹੀਂ ਲਿਖਿਆ? ਕਿਹੜੇ ਮੌਲਵੀ ਨੇ ਲਿਖਿਆ? ਹੋਰ ਕਿਸੇ ਨੇ ਲਿਖਿਆ ਹੋਏਗਾ? ਭਾਈ ਕਿਸੇ ਵੀ ਲਿਖਿਆ, ਤੁਸੀਂ ਆਪਣੇ ਮੌਲਵੀ ਦਾ ਦੱਸੋ ਵੀ ਇਹ ਜਿਹੜਾ ਮੌਲਵੀ ਤੁਹਾਡਾ ਪਿਆ ਕਹਿੰਦਾ ਸਹੀ ਪਿਆ, ਕਹਿੰਦਾ ਝੂਠ ਬੋਲਦਾ ਪਿਆ। ਇਹ ਉਹਨਾਂ ਦੀ ਗੱਲ ਕਰ ਰਹੇ ਨੇ ਕਿ ਹਜ਼ਰਤ ਆਇਸ਼ਾ ਤੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਕਹਿ ਰਹੇ ਨੇ। ਇਹਨਾਂ ਨੇ ਆਪਣੇ ਬਾਰੇ ਦੇ ਵਿੱਚ ਤੇ ਕੋਈ ਗੱਲ ਨਹੀਂ ਲਿਖੀ, ਇਹਦੇ ਵਿੱਚ ਆਪਣੇ ਬਾਰੇ ਦੇ ਕੋਲ ਤੇ ਕੋਈ ਕਲਮ ਦੇ ਕੋਲ ਤੇ ਨਹੀਂ ਲਿਖਿਆ ਕੁਝ ਵੀ। ਭਾਈ ਆਪਣੇ ਮਰੀਦ ਨੂੰ ਦੱਸਦੇ ਨੇ ਨਾ, ਪੇ ਮਸਲਾ ਪੇ ਸਮਝਾਉਂਦੇ ਨੇ ਨਾ। ਭਾਈ ਮਰੀਦ ਨੂੰ ਦੱਸਦੇ ਇਹਦੇ ਵਿੱਚ ਹਰਜ ਕੀ ਏ? ਊਂਟ ਦਾ ਪਿਸ਼ਾਬ ਪੀ ਲੈਣਾ ਚਾਹੀਦਾ? ਮੈਂ ਨੇ ਦੱਸਣ ਡਿਆ ਉਹਨਾਂ ਨੂੰ ਊਂਟ ਦਾ ਪਿਸ਼ਾਬ ਕੌਣ ਕਹਿ ਰਿਹਾ ਹੈ ਪੀ ਲੈਣਾ ਚਾਹੀਦਾ? ਮਿਰਜ਼ਾ ਸਾਹਿਬ ਕਹਿ ਰਹੇ ਨੇ। ਤੁਹਾਡੇ ਮਿਰਜ਼ਾ ਸਾਹਿਬ? ਮਿਰਜ਼ਾ ਸਾਹਿਬ ਨੇ ਉੱਤੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨਹੀਂ ਪੜਿਆ? ਤੁਹਾਂ ਹਜ਼ਰਤ ਆਇਸ਼ਾ ਦਾ ਕੌਲ ਨਹੀਂ ਪੜਿਆ ਹਜ਼ਰਤ ਸੱਲੱਲਾਹੁ ਅਲੈहि ਵਸੱਲਮ ਦੇ ਬਾਰੇ? ਤੇ ਤੁਹਾਡੇ ਮਿਰਜ਼ਾ ਸਾਹਿਬ ਹੀ ਪੇ ਦੱਸਦੇ ਨੇ ਨਾ। ਉਹ ਹਜ਼ਰਤ ਆਇਸ਼ਾ, ਉਹ ਅਸੀਂ ਨਹੀਂ ਦੱਸਦੇ ਭਾਈ, ਉਹ ਮਿਰਜ਼ਾ ਸਾਹਿਬ ਨੇ ਲਿਖਿਆ ਨਾ ਦੇ ਬਾਰੇ ਦੇ ਵਿੱਚ। ਹਜ਼ਰਤ ਆਇਸ਼ਾ ਤੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨੇ ਖੁਦ ਕਿਹਾ ਹੈ। ਤੇ ਦੱਸਣ ਦੇ ਵਿੱਚ ਕੋਈ ਹਰਜ ਹੈ? ਉਹਨਾਂ ਨੇ ਕਿਹਾ ਆਪਣੇ ਕੋਲੋਂ ਕੁਝ ਦੱਸਿਆ? ਉਹਨਾਂ ਨੇ ਕਿਹਾ ਇਹ ਕਿ ਸਾਹਬਾ ਤੇ ਪੀਓ ਪਿਸ਼ਾਬ, ਆਇਸ਼ਾ ਨੇ ਕਿਹਾ ਪੀਓ ਤੁਸੀਂ ਤੇ ਟਾਨਕ ਤੁਹਾਡਾ ਉਹ ਮਸੀਹ ਮੌਦ ਪਿਆਦ ਹੈ ਗਲਾਸ ਭਰ, ਭਾਵੇਂ ਮੇਰੇ ਮੂਤਰ ਦੀ ਭਰ ਲੈ। ਗੱਲ ਖਤਮ ਹੋ ਗਈ ਹੈ ਨਾ ਤੁਹਾਡੀ, ਇਹ ਗੱਲ ਖਤਮ ਹੋ ਗਈ ਹੈ। ਇਹ ਗੱਲ ਤੁਹਾਨੂੰ ਪੁੱਛਣੇ ਪਿਆ, ਉਹਨਾਂ ਨੇ ਆਪਣੇ ਕੋਲੋਂ ਕੋਈ ਗੱਲ ਨਹੀਂ ਕਹੀ। ਗੱਲ ਤਾਂ ਸੁਣੋ ਨਾ, ਤੁਹਾਨੂੰ ਪੁੱਛਣੇ ਪਿਆ ਵੀ ਵਾਕਈ ਇਹ ਗੱਲ ਹਜ਼ਰਤ ਆਇਸ਼ਾ ਨੇ ਕਹੀ ਹੈ? ਸਾਹਬਾ ਪੀਂਦੇ ਸਨ? ਮੈਂ ਕਿਹੜਾ ਉੱਥੇ ਮੌਜੂਦ ਸਾਂ? ਮੈਂ ਐਵੇਂ ਆਪਣੇ ਕੋਲ ਫਤਵਾ ਦੇ ਰਿਹਾ। ਇਹ ਫਤਵਾ ਮੌਲਵੀਆਂ ਦਾ ਦੇਣਾ, ਮੇਰਾ ਦਿਮਾਗ ਖਰਾਬ ਹੋਇਆ ਕਿ ਮੈਂ ਜਿਹੜਾ ਤੁਹਾਡੇ ਮੌਲਵੀ ਨੇ ਲਿਖਿਆ ਹੈ, ਇਸ ਮੌਲਵੀ ਦੀ ਗੱਲ ਮੰਨਦੇ ਹੋ ਕਿ ਨਹੀਂ? ਉਹਨਾਂ ਨੇ ਲਿਖਿਆ ਤੇ ਠੀਕ ਹੈ, ਉਹਨਾਂ ਨੇ ਲਿਖਿਆ ਤੇ ਉਹਨਾਂ ਨੇ ਹਜ਼ਰਤ ਆਇਸ਼ਾ ਦਾ ਨਾਲ ਹਵਾਲਾ ਦਿੱਤਾ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦਾ ਹਵਾਲਾ ਦਿੱਤਾ, ਗੱਲ ਖਤਮ। ਜਸਟ ਆਲ। ਨਹੀਂ, ਹਵਾਲੇ ਨਾਲ ਹੀ ਗੱਲ ਕੀਤੀ ਹੈ। ਮੈਂ ਕਦੋਂ ਬਿਆਨਾ ਉਹਨਾਂ ਜ਼ਬਾਨੀ ਗੱਲ ਕੀਤੀ ਹੈ? ਗੱਲ ਠੀਕ ਹੈ ਜਾਂ ਗਲਤ ਹੈ ਜਿਹੜੀ ਮਸੀਹ ਮੌਦ ਤੁਹਾਡੇ ਨੇ ਕੀਤੀ ਹੈ? ਭਾਈ ਗੱਲ ਠੀਕ ਹੈ ਜਾਂ ਗਲਤ ਹੈ? ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਗੱਲ ਠੀਕ ਹੈ ਜਾਂ ਗਲਤ ਹੈ? ਪਹਿਲਾਂ ਇਹ ਤੁਸੀਂ ਦੱਸੋ। ਨਹੀਂ, ਅਸੀਂ ਤੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਹਰ ਗੱਲ ਠੀਕ ਮੰਨਦੇ ਆ। ਗੱਲ ਖਤਮ। ਜਸਟ ਆਲ। ਤੁਹਾਡੇ ਮਿਰਜ਼ਾ ਸਾਹਿਬ ਦੀ ਗੱਲ ਇਹ ਠੀਕ ਹੈ ਜਿਹੜੀ ਉਹਨਾਂ ਹਵਾਲਾ ਦਿੱਤਾ, ਠੀਕ ਹੈ ਕਿ ਗਲਤ ਦਿੱਤਾ ਨੇ? ਗੱਲ ਸ਼ਦਾਈ ਆਦਮੀ, ਜਦੋਂ ਤੁਸੀਂ ਹਵਾਲਾ ਜਿਨ੍ਹਾਂ ਦਾ ਦਿੱਤਾ, ਜਦੋਂ ਉਹਨਾਂ ਦੀ ਤੁਸੀਂ ਗੱਲ ਠੀਕ ਮੰਨਦੇ ਹੋ ਤੇ ਗੱਲ ਖਤਮ। ਯਾਨੀ ਤੁਸੀਂ ਵੀ ਜਾਇਜ਼ ਸਮਝਦੇ ਊਠਾਂ ਦਾ ਪਿਸ਼ਾਬ ਪੀਣਾ? ਯਾਰ ਮੈਂ ਤੇ ਜਾਇਜ਼ ਸਮਝਾਂ ਨਾ ਸਮਝਾਂ, ਇਹ ਮੇਰੀ ਗੱਲ ਜਿਹੜੀ ਜ਼ਾਤ ਦੇ ਨਾਲ ਅਲੱਗਾ ਬਾਤ ਹੈ। ਮਕਸਦ ਨਹੀਂ, ਤੁਹਾਡੇ ਮਸੀਹ ਮੌਦ ਦਾ, ਅੱਛਾ ਮਸੀਹ ਮੌਦ ਦੀ ਗੱਲ ਨੂੰ ਜਾਇਜ਼ ਸਮਝਦੇ ਹੋ ਕਿ ਨਜਾਇਜ਼ ਹੈ? ਉਹ ਯਾਰ ਮੈਂ ਸਮਝਾਂ ਨਾ ਸਮਝਾਂ, ਤੁਸੀਂ ਇਸ ਗੱਲ ਨੂੰ ਛੱਡੋ। ਮੈਂ ਪੁੱਛਣਾ ਪਿਆ, ਤੁਸੀਂ ਆਪਣੇ ਮਸੀਹ ਮੌਦ ਦੀ ਇਸ ਗੱਲ ਨੂੰ ਸਹੀ ਸਮਝਦੇ ਹੋ ਗਲਤ ਸਮਝਦੇ ਹੋ? ਤੁਸੀਂ ਤੇ ਸਮਝਦੇ ਹੋ ਨਾ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਤੇ ਹਜ਼ਰਤ ਆਇਸ਼ਾ ਦੀ ਗੱਲ ਸਮਝਦੇ ਹੋ, ਸਹੀ ਸਮਝਦੇ ਹੋ ਨਾ? ਅਸੀਂ ਤੇ ਸਮਝਨੇ, ਅਸੀਂ ਤੇ ਉਹਨਾਂ ਦੀ ਹਰ ਗੱਲ ਤੇ ਮੰਨ ਲਿਆ ਆ। ਅਸੀਂ ਵੀ ਤੁਸੀਂ ਆਪਣੇ ਮਸੀਹ ਮੌਦ ਦੀ ਇਸ ਗੱਲ ਨੂੰ ਮੰਨਦੇ ਹੋ? ਅਸੀਂ ਵੀ ਹਰ ਚੀਜ਼ ਜਿਹੜੀ ਉਹ ਮੰਨਨੇ ਆ। ਅਸੀਂ ਵੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਤੇ ਹਜ਼ਰਤ ਆਇਸ਼ਾ ਅਲੈਹਿਸਸਲਾਮ ਦੀ ਗੱਲ ਜਿਹੜੀ ਹਰ ਸ਼ਾਇ ਰਜ਼ੀ ਅੱਲਾਹ ਤਾਲਾ ਉਹਨਾਂ ਦੀ ਮੰਨਨੇ ਆ ਗੱਲ ਹਰ ਸ਼ਾਇ। ਇਹ ਜਿਹੜਾ ਉਹਨਾਂ ਲਿਖਿਆ ਊਠਾਂ ਦਾ ਪਿਸ਼ਾਬ ਪੀਣਾ, ਇਹ ਜਾਇਜ਼ ਹੈ ਕਿ ਨਜਾਇਜ਼ ਹੈ? ਉਹ ਯਾਰ ਜਾਇਜ਼ ਨਜਾਇਜ਼ ਜਿਹੜਾ ਇਹ ਮਲਵਾਣੇ ਨੇ ਫਤਵਾ ਦੇਣਾ, ਤੁਸੀਂ ਮੌਲਵੀ ਹੋ, ਤੁਸੀਂ ਦੱਸੋ ਜਾਇਜ਼ ਹੈ ਕਿ ਨਜਾਇਜ਼ ਹੈ? ਤੁਹਾਡੇ ਮੌਲਵੀ ਨੇ ਦਿੱਤਾ ਹੈ, ਇਹਦੇ ਬਾਰੇ ਕੀ ਖਿਆਲ ਹੈ? ਮੌਲਵੀ ਨੇ ਤੇ ਕੋਈ ਗੱਲ ਨਹੀਂ ਕੀਤੀ ਕਿ ਜਾਇਜ਼ ਨਜਾਇਜ਼ ਵਾਲੀ ਕੋਈ ਗੱਲ ਨਹੀਂ। ਮੌਲਵੀ ਪਿਆ ਦੱਸਦਾ, ਤੁਹਾਡਾ ਮੌਲਵੀ ਪਿਆ ਦੱਸਦਾ ਜਾਇਜ਼ ਨਜਾਇਜ਼ ਦੀ ਗੱਲ ਕੋਈ ਨਹੀਂ ਲਿਖੀ ਕੋਈ ਵੀ। ਉਹਨਾਂ ਨੇ ਤੁਹਾਡਾ ਮੌਲਵੀ, ਤੁਹਾਡੇ ਮੌਲਵੀ ਦਾ ਖਾਤੇ, ਤੁਹਾਡੇ ਮੌਲਵੀ ਨੇ ਲਿਖਿਆ ਹੈ ਕਿ ਸਾਹਬਾ ਊਂਟ का पेशाब पी लिया करते थे। मैं पूछना पिया कि ਤੁਹਾਡਾ ਮੌਲਵੀ ਸਹੀ ਕਹਿੰਦਾ ਪਿਆ ਕਿ ਆਂਦਾ ਕੌਣ ਹੈ? ਆਂਦਾ ਕੌਣ ਹੈ ਪਿਆ? ਆਂਦਾ ਕੌਣ ਹੈ? ਪਿੱਛੇ ਕੌਣ ਆਂਦਾ ਪਿਆ? ਤੁਹਾਡਾ ਮੌਲਵੀ ਕਿਸੇ ਦੇ ਹਵਾਲੇ ਨਾਲ ਗੱਲ ਕਰਦਾ ਹੈ। ਹਜ਼ਰਤ ਆਇਸ਼ਾ ਅਲੈਹਿਸਸਲਾਮ, ਹਜ਼ਰਤ ਆਇਸ਼ਾ ਰਜ਼ੀ ਅੱਲਾਹ ਤਾਲਾ ਅਨਹਾ ਕਹਿ ਰਹੀਆਂ ਨੇ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਕਹਿ ਰਹੇ ਨੇ, ਮੌਲਵੀ ਸਾਹਿਬ ਨੇ ਤੇ ਕਿਹਾ ਹੀ ਕੁਝ ਨਹੀਂ। ਮੈਂ ਕਹਿੰਦਾ ਮੌਲਵੀ ਨੇ ਜਿਹੜੀ ਗੱਲ ਕੀਤੀ ਹਜ਼ਰਤ ਆਇਸ਼ਾ ਦੇ ਹਵਾਲੇ ਨਾਲ, ਹਵਾਲੇ ਇਸ ਗੱਲ ਨੂੰ ਕੀਤੀ ਹੈ ਨਾ। ਆਹੋ ਉਹਨਾਂ ਨੇ ਕਿਹਾ ਇਹ ਹਵਾਲਾ ਤੁਹਾਡੇ ਮੌਲਵੀ ਨੇ ਸਹੀ ਦਿੱਤਾ ਕਿ ਝੂਠ ਬੋਲਿਆ ਸੂ?
ਮੈਨੂੰ ਕੀ ਪਤਾ ਹੈ ਕਿ ਹਵਾਲਾ ਮੈਂ ਤੇ ਜਦੋਂ ਪੜਾਂਗਾ ਸਾਰਾ ਕੁਝ ਫੇਰ ਮੈਨੂੰ ਪਤਾ ਲੱਗੇਗਾ ਕਿ ਹਵਾਲਾ ਕਿੱਥੋਂ ਟਾਈਮ ਲੈ ਲਓ ਕਿਹੜੀ ਚੀਜ਼ ਚ ਨਿਕਲਿਆ ਕਿਹੜੀ ਕਿਤਾਬ ਚ ਨਿਕਲਿਆ ਪੜ੍ਹ ਕੇ ਆ ਪੜਾਂਗਾ ਤੇ ਮੈਨੂੰ ਪਤਾ ਲੱਗੇਗਾ। ਪੜ੍ਹ ਕੇ ਆ ਜਾਓ, ਮੈਂ ਇੱਥੇ ਹੀ ਆ। ਇਹ 22 ਫਰਵਰੀ 1924 ਦਾ ਤੁਹਾਡਾ ਅਲ ਫਜ਼ਲ ਅਖਬਾਰ ਹੈ, ਜਾ ਕੇ ਖੋਲ ਕੇ ਪੜ੍ਹ ਕੇ ਤੇ ਫਿਰ ਆ ਜਾਓ। ਇਹ ਹੋ ਗਿਆ ਠੀਕ ਹੋ ਗਿਆ। ਹੁਣ ਪਹਿਲੀ ਗੱਲ ਤੇ ਆ ਜਾਓ ਜਿੱਥੋਂ ਗੱਲ ਸ਼ੁਰੂ ਹੋਈ ਇਹ ਹੋ ਗਿਆ, ਮੈਂ ਪੜ੍ਹ ਲਾਂਗਾ। ਕਿਤਾਬਾਂ ਉਹੀ ਕਿਤਾਬਾਂ ਜੇ ਜਿਨ੍ਹਾਂ ਨੂੰ ਸਾੜਦੇ ਸੋਗੇ ਇਹਨਾਂ ਕਿਤਾਬਾਂ ਨੂੰ ਸਾੜ ਕੇ ਨਾ, ਇਹਨਾਂ ਕਿਤਾਬਾਂ ਨੂੰ ਸਾੜ ਕੇ ਜੇ ਤੁਸੀਂ ਆਖੋ ਨਾ ਵੀ ਅਸੀਂ ਮੁਸਲਮਾਨਾਂ ਕੋ ਬਚ ਜਾਵਾਂਗੇ। ਅੱਛਾ ਯਾਰ ਹੁਣ ਠੀਕ ਹੈ ਨਾ, ਗੱਲ ਕਲੀਅਰ ਹੋ ਗਈ ਹੈ ਨਾ ਕਿ ਨਹੀਂ? ਕਦੋਂ ਕਲੀਅਰ ਹੋਈ? ਤਾਂ ਟਾਈਮ ਇਹ ਤਾਂ ਤੁਸੀਂ ਟਾਈਮ 'ਤੇ ਮੰਗਦੇ ਹੋ। ਨਹੀਂ ਹੁਣ ਮਤਲਬ ਗੱਲ ਚਲੋ ਉਹ ਤੇ ਮੈਂ ਬਾਅਦ ਚ ਕਲੀਅਰ ਤੇ ਉਦੋਂ ਹੋਣੀ ਹੈ, ਕਲੀਅਰ ਤੇ ਉਦੋਂ ਹੋਣੀ ਹੈ। ਗੱਲ ਸ਼ੁਰੂ ਕੀਤੀ ਸੀ ਜਿਹੜੀ ਗੱਲ ਨੂੰ ਲੈ ਕੇ ਬੈਠੇ ਸੋ ਕਿ ਕਾਬ ਨੇ ਇਹ ਗੱਲ ਕੀਤੀ ਹੈ, ਉਸ ਗੱਲ ਨੂੰ ਤੁਸੀਂ ਮੰਨੋ ਕਿ ਇਹ ਗੱਲ ਕਾਬ ਨੇ ਗੱਲ ਜਿਹੜੀ ਹੈ ਉਹ ਸਹੀ। ਊਠਾਂ ਦੇ ਪਿਸ਼ਾਬ ਵਾਲੀ ਗੱਲ ਤੁਸੀਂ ਆਪ ਕੀਤੀ ਸੀ, ਮੈਂ ਸਿਰਫ ਉਹਦਾ ਹਵਾਲਾ ਦਿੱਤਾ ਹੈ। ਗੱਲ ਉਹੀ ਕਰਨੇ ਆ ਜਿਹੜੀ ਤੁਸੀਂ ਪੇ ਕਰਦੇ ਹੋ। ਪਰ ਇੱਕ ਗੱਲ ਮੈਨੂੰ ਪਤਾ ਲੱਗ ਜਾਏ, ਮੈਨੂੰ ਇਸ ਗੱਲ ਇੱਕ ਮਿੰਟ ਉਹ ਗੱਲ ਪੂਰੀ ਹੋ ਗਈ। ਤੁਸੀਂ ਟਾਈਮ ਲੈ ਲਿਆ ਕਿ ਇਹ ਗੱਲ ਤੁਸੀਂ ਘਰ ਜਾ ਕੇ ਪੜੋਗੇ, ਵੇਖੋਗੇ, ਆ ਕੇ ਕਲੀਅਰ ਕਰੋਗੇ ਕਿ ਤੁਹਾਡੇ ਮੌਲਵੀ ਨੇ ਸਹੀ ਆਖਿਆ ਕਿ ਝੂਠ ਬੋਲਿਆ। ਤੁਸੀਂ ਇਹ ਦੱਸੋ, ਉਹ ਤੇ ਮੈਂ ਕਲੀਅਰ ਕਰ ਲਾਂਗਾ, ਲੇਕਿਨ ਜੋ ਮੈਂ ਕਿੰਨਾ ਕੁ ਟਾਈਮ ਚਾਹੀਦਾ ਹੈ? 24 ਘੰਟੇ ਦਾ ਟਾਈਮ, 24 ਘੰਟੇ ਪਹਿਲਾਂ ਇਹ ਦੱਸੋ। ਅੱਛਾ ਚਲੋ 24 ਘੰਟੇ ਦਾ ਲਾ ਲਓ, 12 ਘੰਟਿਆਂ ਦਾ ਲਾ ਲਓ, 10 ਦਾ ਲਾ ਲਓ, ਇਹਦੀ ਇਹ ਗੱਲ ਹੈ। ਚਲੋ ਜੀ ਕੱਲ ਇਸ ਵੇਲੇ ਤੋਂ ਪਹਿਲੇ ਤੁਸੀਂ ਆ ਜਾਣਾ। ਪਹਿਲਾਂ ਇਹ ਦੱਸੋ ਤੁਸੀਂ ਰਿਕਾਰਡਿੰਗ ਹੋ ਗਈ ਹੈ ਮੁੰਡਿਓ ਤੇ ਯਾਦ ਰੱਖੋ। ਚਲੋ ਰਿਕਾਰਡਿੰਗ ਤੁਸੀਂ ਬੜੀਆਂ ਕਰਦੇ ਹੋ, ਠੀਕ ਹੈ, ਜੇ 24 ਘੰਟਿਆਂ ਦੇ ਵਿੱਚ ਬੰਦਾ ਨਾ ਆਇਆ ਪਹਿਲਾਂ ਇਹ ਦੱਸੋ ਵੀਡੀਓ ਅਪਲੋਡ ਮੈਂ ਨਹੀਂ ਉੱਠਣਾ ਕੋਈ ਵੀ ਉਨੀ ਦੇਰ ਤੱਕ ਜਿੰਨੀ ਦੇਰ ਤੱਕ